ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਦਾ ਟੌਪਿਕ ਜਿਓਗ੍ਰਾਫੀ ਹੈ, ਜਿਹਨੂੰ ਆਪਾਂ ਪੰਜਾਬੀ 'ਚ ਭੂਗੋਲ ਕਹਿੰਦੇ ਹਾਂ। ਅੱਜ ਦੇ ਟੌਪਿਕ ਦੇ ਵਿੱਚ ਆਪਾਂ ਭਾਰਤ ਇੱਕ ਜਾਣ ਪਛਾਣ ਬਾਰੇ ਗੱਲ ਕਰਾਂਗੇ। ਭਾਰਤ ਇੱਕ ਜਾਣ ਪਛਾਣ ਦੇ ਵਿੱਚ ਭਾਰਤ ਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ। ਭਾਰਤ ਦਾ ਕੀ ਖੇਤਰਫਲ ਹੈ, ਭਾਰਤ ਦੇ ਕਿੰਨੇ ਗੁਆਂਢੀ ਦੇਸ਼ ਹੈ, ਭਾਰਤ ਕਿਹੜੇ ਮਹਾਂਦੀਪ 'ਚ ਹੈ, ਭਾਰਤ 'ਚ ਵੱਡਾ ਰਾਜ ਕਿਹੜਾ ਹੈ, ਛੋਟਾ ਰਾਜ ਕਿਹੜਾ ਹੈ। ਭਾਰਤ ਦਾ ਮਤਲਬ ਜਿਹੜੀ ਹੈ ਜਿਓਗ੍ਰਾਫੀਕਲੀ ਭਾਰਤ ਨੂੰ ਅੱਜ ਆਪਾਂ ਜਾਣਾਂਗੇ। ਉਮੀਦ ਕਰਦਾ ਤੁਹਾਨੂੰ ਇਹ ਜਿਹੜਾ ਲੈਕਚਰ ਹੈ ਸਮਝ ਆਵੇ। ਤਾਂ ਬਿਨਾਂ ਟਾਈਮ ਆਪਾਂ ਵੇਸਟ ਕੀਤੇ ਸ਼ੁਰੂਆਤ ਕਰਦੇ ਹਾਂ ਭਾਰਤ ਇੱਕ ਜਾਣ ਪਛਾਣ ਦੇ ਵਿੱਚ। ਪੁਆਇੰਟ ਟੂ ਪੁਆਇੰਟ ਆਪਾਂ ਗੱਲ ਕਰਾਂਗੇ ਤਾਂ ਜੋ ਆਪਣੇ ਕੁਐਸਚਨ ਬੈਂਕ ਬਣਦੇ ਰਹਿਣ। ਭਾਵ ਜੋ ਕੁਐਸਚਨ ਆਪਾਂ ਨੂੰ ਹੈ ਉਹ ਇਸੇ ਤਰ੍ਹਾਂ ਸਿੱਧਾ ਡਾਇਰੈਕਟ ਪੁੱਛਿਆ ਜਾਂਦਾ ਅਤੇ ਆਪਾਂ ਡਾਇਰੈਕਟ ਉਹਦਾ ਆਨਸਰ ਦੇ ਸਕੀਏ। ਸ਼ੁਰੂਆਤ ਕਰਦੇ ਹਾਂ ਜੀ। ਭਾਰਤ ਦੀ ਖੋਜ। ਇੰਡੀਆ ਦੇ ਵਿੱਚ ਭਾਰਤ ਦੀ ਖੋਜ ਜੇ ਗੱਲ ਆਪਣੇ ਇੰਡੀਆ ਦੀ ਖੋਜ ਆ ਜਾਏ ਜਾਂ ਭਾਰਤ ਦੀ ਖੋਜ ਆ ਜਾਏ 1498 ਦੇ ਵਿੱਚ ਵਾਸਕੋ ਡੀ ਗਾਮਾ ਪੁਰਤਗਾਲੀ ਨੇ ਕੀਤੀ ਸੀ। ਪੁਰਤਗਾਲੀ ਯੂਰਪ ਦਾ ਜਿਹੜਾ ਪੁਰਤਗਾਲ ਹੈ ਯੂਰਪ ਦੇ ਵਿੱਚ ਹੈ, ਔਰ ਉਸ ਯੂਰਪ ਤੋਂ ਇਹ ਚੱਲ ਕੇ ਭਾਰਤ ਰਸਤੇ ਜਿਹੜਾ ਉਹ ਆਇਆ ਕੇਰਲ ਤੱਕ ਪਹੁੰਚਿਆ। ਇਸ ਕੇਰਲ ਦੇ ਵਿੱਚ ਆ ਕੇ ਕਾਲੀਕਟ ਨਾਂ ਦੀ ਜਗ੍ਹਾ 'ਤੇ ਉਹ ਆਇਆ ਸੀ, ਪਹੁੰਚਿਆ ਸੀ। ਤਾਂ ਇਸ ਤੋਂ ਪਹਿਲਾਂ ਇਹ ਰਸਤਾ ਕਿਸੇ ਨੂੰ ਨਹੀਂ ਪਤਾ ਸੀ, ਪਰ ਵਾਸਕੋ ਡੀ ਗਾਮਾ ਪਹਿਲਾ ਵਿਅਕਤੀ ਸੀ ਜੋ ਸਮੁੰਦਰੀ ਰਸਤੇ ਆਉਣ ਵਾਲਾ ਪਹਿਲਾ ਵਿਦੇਸ਼ੀ ਯਾਤਰੀ ਬਣਿਆ। ਇਸ ਤੋਂ ਪਹਿਲਾਂ ਜਿੰਨੇ ਵੀ ਵਿਦੇਸ਼ੀ ਆਏ ਹੈ ਉਹ ਆਪਣੇ ਕੋਲ ਖੈਬਰ ਪਾਸ ਤੋਂ ਆਏ ਹੈ। ਖੈਬਰ ਪਾਸ ਜਿਹੜਾ ਆਪਣਾ ਕਿੱਥੇ ਰਹਿ ਜਾਂਦਾ ਹੈ, ਇਹ ਆਪਣੇ ਕੋਲ ਨੌਰਥ ਹੈ, ਇਹ ਆਪਣੇ ਕੋਲ ਵੈਸਟ ਹੈ, ਮਤਲਬ ਨੌਰਥ ਵੈਸਟ ਹੈ, ਜਿਹਨੂੰ ਆਪਾਂ ਇਹਨੂੰ ਬੋਲਦੇ ਹਾਂ ਉੱਤਰ ਅਤੇ ਇਹਨੂੰ ਬੋਲਦੇ ਹਾਂ ਪੱਛਮ। ਔਰ ਉੱਤਰ ਪੱਛਮ ਦੇ ਵਿਚਕਾਰ ਜਿਹੜਾ ਹੈ ਇਹਨੂੰ ਆਪਾਂ ਖੈਬਰ ਪਾਸ ਬੋਲਦੇ ਹਾਂ। ਖੈਬਰ ਪਾਸ ਤੋਂ ਜਿੰਨੇ ਵੀ ਵਿਦੇਸ਼ੀ ਆਏ ਹੈ ਉਹ ਇੱਥੋਂ ਹੀ ਆਏ ਹੈ, ਪਰ ਸਮੁੰਦਰੀ ਰਸਤੇ ਤੋਂ ਆਉਣ ਵਾਲਾ ਜਿਹੜਾ ਹੈ ਕੇਰਲ ਤੱਟ 'ਤੇ ਪਹੁੰਚ ਕੇ ਕਾਲੀਕਟ ਪਹੁੰਚਣ ਵਾਲਾ ਉਹ ਵਿਅਕਤੀ ਸੀਗਾ ਆਪਣਾ ਵਾਸਕੋ ਡੀ ਗਾਮਾ। ਮਈ 1498 ਦੇ ਵਿੱਚ ਭਾਰਤ ਦੀ ਖੋਜ ਕੀਤੀ। ਇਸ ਨੇ ਸਭ ਤੋਂ ਪਹਿਲਾਂ ਸਮੁੰਦਰੀ ਰਸਤੇ ਰਾਹੀਂ ਭਾਰਤ ਦੀ ਖੋਜ ਕੀਤੀ। ਫਿਰ ਅਗਲਾ ਪੁਆਇੰਟ ਲੈਂਦੇ ਆਪਾਂ। ਇਹ ਸਭ ਤੋਂ ਪਹਿਲਾਂ ਕਿੱਥੇ ਪਹੁੰਚਿਆ ਜੀ? ਕਾਲੀਕਟ ਪਹੁੰਚਿਆ। ਗਲੋਬ ਵਿੱਚ ਭਾਰਤ ਦੀ ਕੀ ਸਥਿਤੀ ਹੈ? ਭੂਮੱਧ ਰੇਖਾ ਦੇ ਉੱਤਰ ਵੱਲ ਹੈ। ਏਸ਼ੀਆ ਵਿੱਚ ਭਾਰਤ ਦੀ ਕੀ ਸਥਿਤੀ ਹੈ? ਦੱਖਣ ਵੱਲ ਹੈ। ਕਿਵੇਂ ਆਪਾਂ ਇਹਨਾਂ ਨੂੰ ਜਾਣਾਂਗੇ? ਆਪਣੇ ਕੋਲ ਪੂਰੇ ਦਾ ਪੂਰਾ ਇੱਕ ਗਲੋਬ ਹੈ। ਇਸ ਤਰ੍ਹਾਂ ਇੱਥੇ ਆਪਣੇ ਕੋਲ ਇੱਕ ਭੂਮੱਧ ਰੇਖਾ ਵਿਚਕਾਰੋਂ ਗੁਜ਼ਰਦੀ ਹੈ, ਔਰ ਇਹ ਆਪਣੇ ਕੋਲ ਪੂਰਬ ਹੈ ਅਤੇ ਇਹ ਆਪਣੇ ਕੋਲ ਪੱਛਮ ਹੈ, ਇਹ ਆਪਣੇ ਕੋਲ ਉੱਤਰ ਹੈ ਅਤੇ ਇਹ ਆਪਣੇ ਕੋਲ ਦੱਖਣ ਹੈ। ਇਸ ਪੂਰੇ ਗੋਲੇ ਦੇ ਵਿੱਚ ਪੂਰਾ ਦੁਨੀਆ ਦਾ ਨਕਸ਼ਾ ਬਣਿਆ ਹੋਇਆ। ਇੱਥੇ ਭਾਰਤ ਇੱਥੇ ਆ ਜਾਂਦਾ, ਇਹ ਇੱਥੇ ਇਸ ਮਹਾਂਦੀਪ ਏਸ਼ੀਆ ਮਹਾਂਦੀਪ ਦੇ ਵਿੱਚ ਆ ਜਾਂਦਾ। ਔਰ ਇਹ ਗੋਲਾ ਜਿਹੜਾ ਇਹ ਪੂਰੇ ਦਾ ਪੂਰਾ ਗੋਲਾ ਹੈ, ਜਿਹਨੂੰ ਆਪਾਂ ਵਿਚਕਾਰੋਂ ਅੱਧਾ ਕਰ ਦਈਏ ਤਾਂ ਅਰਧ ਗੋਲਾ ਹੋ ਜਾਂਦਾ ਹੈ, ਅਤੇ ਉੱਪਰੋਂ ਉੱਤਰ ਵਾਲੇ ਪਾਸੇ ਇਹ ਉੱਤਰੀ ਅਰਧ ਗੋਲਾ ਬਣ ਜਾਂਦਾ ਜੀ। ਦੱਖਣ ਵਾਲੇ ਪਾਸੇ ਇਹ ਦੱਖਣੀ ਅਰਧ ਗੋਲਾ ਬਣ ਜਾਂਦਾ। ਤਾਂ ਭਾਰਤ ਕਿਸ ਅਰਧ ਗੋਲੇ ਵਿੱਚ ਹੈ? ਤਾਂ ਉੱਤਰੀ ਅਰਧ ਗੋਲੇ 'ਚ। ਅਤੇ ਕਿਸ ਮਹਾਂਦੀਪ 'ਚ ਹੈ? ਤਾਂ ਏਸ਼ੀਆ ਮਹਾਂਦੀਪ 'ਚ। ਏਸ਼ੀਆ ਮਹਾਂਦੀਪ 'ਚ ਕਿੱਧਰ ਹੈ? ਤਾਂ ਉਹ ਆਪਾਂ ਜਾਣਾਂਗੇ ਏਸ਼ੀਆ ਮਹਾਂਦੀਪ ਦੇ ਦੱਖਣ ਵੱਲ ਹੈ। ਕਿਵੇਂ ਦੱਖਣ ਵੱਲ ਹੈ ਉਹ ਵੀ ਆਪਾਂ ਜਾਣਦੇ ਹਾਂ। ਤਾਂ ਤੁਸੀਂ ਦੇਖੋਗੇ ਆਹ ਏਸ਼ੀਆ ਮਹਾਂਦੀਪ ਹੈ। ਏਸ਼ੀਆ ਮਹਾਂਦੀਪ ਤੁਹਾਡੇ ਸਾਹਮਣੇ ਦਿਖਾਈ ਦੇ ਰਿਹਾ। ਆਪਣੇ ਕੋਲ 7 ਕੰਟੀਨੈਂਟਲ ਹੈ ਜਿਹਨੂੰ ਮਹਾਂਦੀਪ ਦਾ ਨਾਮ ਦਿੱਤਾ ਜਾਂਦਾ। 7 ਮਹਾਂਦੀਪ ਹੈ। ਆਪਾਂ ਏਸ਼ੀਆ ਮਹਾਂਦੀਪ ਦੀ ਪਹਿਲਾਂ ਗੱਲ ਕਰ ਰਹੇ ਹਾਂ ਕਿਉਂਕਿ ਆਪਾਂ ਭਾਰਤ ਦੀ ਗੱਲ ਕਰ ਰਹੇ ਹਾਂ। ਏਸ਼ੀਆ ਮਹਾਂਦੀਪ ਦੇ ਵਿੱਚ ਗੱਲ ਕਰੀਏ, ਆਪਣੇ ਕੋਲ ਇਹ ਏਸ਼ੀਆ ਮਹਾਂਦੀਪ ਦਾ ਪੂਰਬ ਹੈ, ਇਹ ਏਸ਼ੀਆ ਮਹਾਂਦੀਪ ਦਾ ਪੱਛਮ ਹੈ, ਇਹ ਉੱਤਰ ਹੈ ਅਤੇ ਇਹ ਦੱਖਣ ਹੈ। ਭਾਰਤ ਆ ਜਿਹੜਾ ਤਿਕੋਨਾ ਦਿਖਾਈ ਦੇ ਰਿਹਾ ਨਾ, ਆਹ ਤਿਕੋਨਾ ਦਿਖਾਈ ਦੇ ਰਿਹਾ, ਇਹ ਭਾਰਤੀ ਹੈ। ਤਾਂ ਭਾਰਤ ਏਸ਼ੀਆ ਮਹਾਂਦੀਪ ਦੇ ਕਿਹੜੀ ਸਾਈਡ ਹੈ ਜੀ? ਦੱਖਣ ਵੱਲ। ਏਸ਼ੀਆ ਮਹਾਂਦੀਪ ਦੇ ਦੱਖਣ ਵੱਲ ਭਾਰਤ ਹੈ। ਇੱਥੇ ਆਪਣੇ ਕੋਲ ਇੱਕ ਰੇਖਾ ਗੁਜ਼ਰਦੀ ਹੈ ਜਿਹਦਾ ਨਾਮ ਹੈ ਭੂਮੱਧ ਰੇਖਾ। ਉਹਦੇ ਬਾਰੇ ਵੀ ਆਪਾਂ ਗੱਲ ਕਰਦੇ ਹਾਂ ਥੋੜ੍ਹੀ ਜਿਹੀ। ਜਿਹੜੀ ਭੂਮੱਧ ਰੇਖਾ ਹੈ ਜੀ ਆਪਣੇ ਕੋਲ, ਉਹ ਇੱਥੋਂ ਬਿਲਕੁਲ ਵਿਚਕਾਰੋਂ ਗੁਜ਼ਰਦੀ ਪਈ ਹੈ। ਭੂਮੱਧ ਰੇਖਾ ਵਿਚਕਾਰੋਂ ਹੈ। ਉਸ ਤੋਂ ਉੱਪਰ ਗੁਜ਼ਰਦੀ ਹੈ ਕਰਕ ਰੇਖਾ, ਉਸ ਤੋਂ ਨੀਚੇ ਗੁਜ਼ਰਦੀ ਹੈ ਮਕਰ ਰੇਖਾ। ਜਿਹੜੀ ਭੂਮੱਧ ਰੇਖਾ ਹੈ ਵਿਚਕਾਰਲੀ ਰੇਖਾ, ਔਰ 23.5 ਡਿਗਰੀ ਦਾ ਉੱਪਰ ਜਿਹੜੀ ਹੈ ਭਾਰਤ ਵਿੱਚੋਂ ਜਿਹੜੀ ਰੇਖਾ ਗੁਜ਼ਰਦੀ ਉਹ ਕਰਕ ਰੇਖਾ, ਔਰ ਇਹ ਭੂਮੱਧ ਰੇਖਾ ਆਸਟ੍ਰੇਲੀਆ ਵਿੱਚੋਂ ਗੁਜ਼ਰਦੀ ਹੈ ਉਹ ਮਕਰ ਰੇਖਾ। ਆਪਾਂ ਗੱਲ ਕਰੀਏ ਜੇਕਰ ਭੂਮੱਧ ਰੇਖਾ ਧਰਤੀ ਨੂੰ 2 ਹਿੱਸਿਆਂ ਵਿੱਚ ਵੰਡਦੀ ਹੈ, ਤਾਂ ਭਾਰਤ ਨੂੰ 2 ਹਿੱਸਿਆਂ ਵਿੱਚ ਕੌਣ ਵੰਡਦੀ ਹੈ ਜੀ? ਉਹ ਵੰਡਦੀ ਹੈ ਕਰਕ ਰੇਖਾ। ਕਰਕ ਰੇਖਾ ਭਾਰਤ ਨੂੰ 2 ਹਿੱਸਿਆਂ ਵਿੱਚ ਵੰਡਦੀ ਹੈ ਅਤੇ ਭੂਮੱਧ ਰੇਖਾ ਪੂਰੀ ਧਰਤੀ ਨੂੰ 2 ਹਿੱਸਿਆਂ ਵਿੱਚ ਵੰਡਦੀ ਹੈ। ਤਾਂ ਕੁਐਸਚਨ ਆਉਂਦਾ ਭਾਰਤ ਵਿੱਚ ਕਿਹੜੀ ਰੇਖਾ ਗੁਜ਼ਰਦੀ ਹੈ? ਤਾਂ ਤੁਸੀਂ ਕਰਕ ਰੇਖਾ ਬੋਲਣਾ। ਹੁਣ ਆਪਣਾ ਇੱਕ ਸਵਾਲ ਸੀ ਕਿ ਆਪਣੇ ਕੋਲ ਭੂਮੱਧ ਰੇਖਾ ਦੇ ਕਿਸ ਸਾਈਡ ਹੈ ਆਪਣਾ ਭਾਰਤ? ਤਾਂ ਭੂਮੱਧ ਰੇਖਾ ਦੇ ਕਿਸ ਸਾਈਡ ਹੈ? ਤਾਂ ਉਹਦੇ ਬਾਰੇ ਜਾਣਨ ਲਈ ਆਪਾਂ ਵੇਖਦੇ ਹਾਂ
ਕਿ ਆਪਾਂ ਇਹ ਕਿਹਾ ਕਿ ਇੱਥੇ ਆਪਣੇ ਕੋਲ ਭੂਮਧ ਰੇਖਾ ਵਿਚਕਾਰੋਂ ਗੁਜ਼ਰਦੀ ਹੈ, ਤਾਂ ਇਹਦੇ ਆ ਉੱਤਰੀ ਭਾਗ ਹੈ, ਆ ਦੱਖਣੀ ਭਾਗ ਹੈ, ਸਾਊਥ ਹੈ, ਨਾਰਥ ਹੈ। ਤਾਂ ਉੱਤਰ ਵਾਲਾ ਭਾਰਤ ਵੇਖੋ ਕਿੱਧਰ ਹੈ ਜੀ, ਉੱਤਰ ਵੱਲ, ਉੱਤਰੀ ਰੇਖਾ ਮਤਲਬ ਭੂਮਧ ਰੇਖਾ ਦੇ ਉੱਤਰ ਵੱਲ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ, ਆਪਾਂ ਉੱਥੇ ਆਉਂਦੇ ਹਾਂ ਭਾਰਤ ਦੇ। ਹਾਂਜੀ, ਆਹ ਦੇਖੋ ਗਲੋਬ ਵਿੱਚ ਸਥਿਤੀ ਭਾਰਤ ਦੀ ਸਥਿਤੀ ਕੀ ਹੈ ਜੀ, ਭੂਮਧ ਰੇਖਾ ਦੇ ਉੱਤਰ ਵੱਲ ਹੈ ਜੀ। ਏਸ਼ੀਆ ਵਿੱਚ ਭਾਰਤ ਦੀ ਕੀ ਸਥਿਤੀ ਹੈ, ਤਾਂ ਆਪਾਂ ਪਹਿਲਾਂ ਜਾਣ ਚੁੱਕੇ ਹਾਂਗੇ, ਦੱਖਣ ਵੱਲ ਹੈ। ਨੈਕਸਟ ਮਹਾਦੀਪ। ਮਹਾਦੀਪ ਕੀ ਹੁੰਦੇ ਆ ਜੀ, ਮਹਾਦੀਪ ਨੂੰ ਆਪਾਂ ਦੱਸੀਏ, ਉਹਦੀ ਡੈਫੀਨੇਸ਼ਨ ਕੀ ਕਰੀਏ ਕਿ ਕੌਂਟੀਨੈਂਟਲ ਕੀ ਹੈ, ਜੋ ਦੀਪ ਨਾਲੋਂ ਤਾਂ ਵੱਡਾ ਹੁੰਦਾ ਹੈ, ਜਿਸ ਵਿੱਚ ਬਹੁਤ ਸਾਰੇ ਦੇਸ਼ ਹੁੰਦੇ ਆ, ਉਹਨੂੰ ਮਹਾਦੀਪ ਦਾ ਦਰਜਾ ਦਿੱਤਾ। ਦੀਪ ਕੀ ਹੈ, ਇਕੱਲਾ ਦੀਪ ਜੇ ਪੁੱਛਿਆ ਜਾਵੇ ਦੀਪ ਕੀ ਹੈ, ਤਾਂ ਉਹ ਏਰੀਆ ਜੋ ਪਾਣੀ ਨਾਲ ਚਾਰੇ ਪਾਸੇ ਘਿਰਿਆ ਹੋਇਆ, ਜਿਹਨੂੰ ਆਪਾਂ ਆਈਲੈਂਡ ਬੋਲ ਦਿੰਦੇ ਆ। ਕਈ ਵਾਰੀ ਕਈ ਪਰਸਨ ਇਹਨੂੰ ਆਈਸਲੈਂਡ ਵੀ ਬੋਲ ਦਿੰਦੇ, ਪਰ ਆਈਲੈਂਡ ਜਿਹੜਾ ਹੈ, ਜਿਹੜਾ ਚਾਰੇ ਪਾਸੇ ਪਾਣੀ ਨਾਲ ਘਿਰਿਆ ਹੈ, ਉਹਨੂੰ ਦੀਪ ਬੋਲਦੇ ਆ। ਇਹਨੂੰ ਟਾਪੂ ਵੀ ਬੋਲਿਆ ਜਾਂਦਾ, ਠੀਕ ਹੈ। ਤਾਂ ਦੀਪ ਚਾਰੇ ਪਾਸੇ ਪਾਣੀ ਨਾਲ ਘਿਰਿਆ ਹੁੰਦਾ ਹੈ। ਹੁਣ ਮਹਾਦੀਪ, ਮਹਾਦੀਪ ਹੈ ਤਾਂ ਪਾਣੀ ਨਾਲ ਹੀ ਘਿਰਿਆ, ਬਟ ਉਹ ਘੱਟੋ ਘੱਟ ਉਹਦੇ ਨਾਲ 2 ਸਮੁੰਦਰ ਲੱਗਦੇ ਆ। ਮਹਾਦੀਪ ਨਾਲ ਕੋਈ ਨਾ ਕੋਈ ਸਮੁੰਦਰ ਜ਼ਰੂਰ ਲੱਗਦਾ, ਠੀਕ ਹੈ। ਤਾਂ ਉਸ ਵਿੱਚ ਬਹੁਤ ਸਾਰੇ ਦੇਸ਼ ਵੀ ਹੁੰਦੇ ਆ। ਟਾਪੂ ਇਕੱਲਾ ਆਪ ਹੀ ਟਾਪੂ ਹੁੰਦਾ, ਠੀਕ ਹੈ। ਤਾਂ ਆਪਣੇ ਕੋਲ ਦੇਖੋ ਇੱਕ ਨਾ ਮੈਂ ਤੁਹਾਨੂੰ ਇੱਥੇ ਦਿਖਾ ਰਿਹਾ ਕਿ ਆਸਟ੍ਰੇਲੀਆ ਦਿਖਾਈ ਦੇ ਰਿਹਾ, ਇਸ ਨੂੰ ਕਿਹੜਾ ਕੀ ਕਹਿੰਦੇ ਆ, ਆਈਲੈਂਡ ਕੰਟੀਨੈਂਟਲ ਵੀ ਬੋਲਿਆ ਜਾਂਦਾ। ਆਈਲੈਂਡ ਕੰਟੀਨੈਂਟਲ ਹੈ ਤਾਂ ਇਹ ਮਹਾਦੀਪ, ਪਰ ਆਈਲੈਂਡ ਕੰਟੀਨੈਂਟਲ ਮਤਲਬ ਦੀਪ ਮਹਾਦੀਪ ਹੈ ਇਹ, ਮਤਲਬ ਚਾਰੇ ਪਾਸੇ ਪਾਣੀ ਨਾਲ ਘਿਰਿਆ ਹੋਇਆ, ਇਸ ਕਰਕੇ ਇਹ ਟਾਪੂ ਮਹਾਦੀਪ ਵੀ ਜਾਣਿਆ ਜਾਂਦਾ। ਇੱਕ ਆਪਣੇ ਸਾਊਥ ਵਿੱਚ ਦੇਸ਼ ਵੀ ਲੱਗਦਾ ਸ਼੍ਰੀਲੰਕਾ, ਇਹ ਵੀ ਚਾਰੇ ਪਾਸੇ ਪਾਣੀ ਨਾਲ ਘਿਰਿਆ ਹੈ, ਤਾਂ ਇਹਨੂੰ ਵੀ ਟਾਪੂ ਦੇਸ਼ ਕਿਹਾ ਜਾਂਦਾ। ਭਾਰਤ ਦੇ ਦੱਖਣ ਵਿੱਚ ਕਿਹੜਾ ਟਾਪੂ ਦੇਸ਼ ਲੱਗਦਾ ਹੈ ਜਾਂ ਕਿਹੜਾ ਦੀਪ ਦੇਸ਼ ਲੱਗਦਾ, ਤਾਂ ਉਹ ਸ਼੍ਰੀਲੰਕਾ ਹੈ। ਤਾਂ ਇਹ ਆਪਣੇ ਕੋਲ ਗੱਲ ਕਲੀਅਰ ਹੋਈ ਕਿ ਪਾਣੀ ਨਾਲ ਘਿਰਿਆ ਹੋਇਆ ਉਹ ਦੀਪ ਹੈ, ਅਤੇ ਮਹਾਦੀਪ ਉਹ ਵੀ ਤਾਂ ਪਾਣੀ ਨਾਲ ਘਿਰਿਆ, ਪਰ ਉਹ ਮਹਾਦੀਪ ਹੈ ਤਾਂ ਵੱਡੇ ਪਾਣੀ ਨਾਲ ਘਿਰਿਆ, ਮਤਲਬ ਉਹ ਸਮੁੰਦਰ ਨਾਲ ਘਿਰਿਆ ਹੋਇਆ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਆਪਣੇ ਕੋਲ ਭਾਰਤ ਇੱਕ ਕੀ ਹੈ ਜੀ, ਪ੍ਰਾਇਦੀਪ ਹੈ, ਪੈਨਜ਼ੂਲਾ ਹੈ। ਪ੍ਰਾਇਦੀਪ ਦਾ ਮਤਲਬ ਹੁੰਦਾ ਪੈਨਜ਼ੂਲਾ। ਪੈਨਜ਼ੂਲਾ ਮਤਲਬ ਕੀ ਹੈ ਕਿ ਆਪਾਂ ਭਾਰਤ ਦੇ ਨਕਸ਼ੇ 'ਤੇ ਆਉਂਦੇ ਫਿਰ ਤੁਹਾਨੂੰ ਦੱਸਦੇ ਹਾਂ ਪੈਨਜ਼ੂਲਾ ਕੀ ਹੈ। ਤਾਂ ਆਹ ਜਿਹੜਾ ਨਕਸ਼ਾ ਇਹਦੇ ਵਿੱਚ ਆਪਾਂ ਦਿਖਾਈ ਦੇ ਰਿਹਾ ਆਪਣੇ ਕੋਲ, ਆਹ ਤਿਕੋਣਾ ਹਿੱਸਾ, ਇਹਨੂੰ ਜੋ ਤਿੰਨਾਂ ਪਾਸੇ ਪਾਣੀ ਨਾਲ ਘਿਰਿਆ ਹੋਵੇ ਉਹ ਹੁੰਦਾ ਹੈ ਪ੍ਰਾਇਦੀਪ, ਜੋ ਚਾਰੇ ਪਾਸੇ ਪਾਣੀ ਨਾਲ ਘਿਰਿਆ ਹੋਵੇ ਉਹ ਹੁੰਦਾ ਹੈ ਦੀਪ। ਔਰ ਭਾਰਤ ਕੀ ਹੈ ਫਿਰ, ਭਾਰਤ ਇੱਕ ਪ੍ਰਾਇਦੀਪ ਹੈ। ਕਿਉਂਕਿ ਇਹ ਤਿੰਨੇ ਪਾਸੇ ਪਾਣੀ ਨਾਲ ਘਿਰਿਆ ਹੋਇਆ, ਤਿੰਨੇ ਪਾਸੇ ਪਾਣੀ ਨਾਲ ਘਿਰਿਆ ਹੋਇਆ। ਨਾਲ ਆਪਾਂ ਇੱਕ ਹੋਰ ਗੱਲ ਜਾਣ ਲੈਂਦੇ ਹਾਂ, ਭਾਰਤ ਨੂੰ ਕਿਹੜਾ ਸਮੁੰਦਰ ਲੱਗਦਾ, ਉਹਨੂੰ ਆਪਾਂ ਜਾਣਦੇ ਹਾਂ। ਭਾਰਤ ਨੂੰ ਜਿਹੜਾ ਸਮੁੰਦਰ ਲੱਗਦਾ ਕਿਹੜਾ ਲੱਗਦਾ, ਤਾਂ ਭਾਰਤ ਨੂੰ ਜਿਹੜਾ ਸਮੁੰਦਰ ਲੱਗਦਾ ਜੀ, ਇੱਥੇ ਆਪਣੇ ਕੋਲ ਹਿੰਦ ਮਹਾਸਾਗਰ ਹੈ। ਹਿੰਦ ਮਹਾਸਾਗਰ, ਭਾਰਤ ਨੂੰ ਕਿਹੜਾ ਸਮੁੰਦਰ ਲੱਗਦਾ ਜੀ, ਹਿੰਦ ਮਹਾਸਾਗਰ। ਹਿੰਦ ਮਹਾਸਾਗਰ ਦੇ ਨਾਲ ਭਾਰਤ ਜਿਹੜਾ ਹੈ ਇੱਕ ਪ੍ਰਾਇਦੀਪ ਦੇਸ਼ ਹੁੰਦੇ ਹੋਇਆ ਘਿਰਿਆ ਹੋਇਆ, ਤਿੰਨੋਂ ਪਾਸੇ ਪਾਣੀ ਨਾਲ ਘਿਰਿਆ ਹੋਇਆ ਹੈ ਭਾਰਤ। ਭਾਰਤ ਦੇ ਸਮੁੰਦਰੀ ਜਿਹੜਾ ਹੈ ਤੱਟ ਹੈ ਇਹਨੂੰ ਸਮੁੰਦਰੀ ਤੱਟ ਨਾਲ ਜਿਹੜਾ ਲੱਗਣ ਵਾਲਾ ਜਿਹੜੇ ਰਾਜ ਨੇ ਉਹਨਾਂ ਦੀ ਗਿਣਤੀ 9 ਹੈ ਜੀ। ਕਈ ਵਾਰ ਕੁਐਸਚਨ ਸਿੱਧਾ ਆ ਜਾਂਦਾ ਹੈ, ਭਾਰਤ ਦੇ ਕਿੰਨੇ ਰਾਜ ਸਮੁੰਦਰ ਨਾਲ ਲੱਗਦੇ ਆ, ਤਾਂ 9 ਰਾਜ ਸਮੁੰਦਰ ਨਾਲ ਲੱਗਦੇ ਆ। ਤਾਂ ਕਿਹੜਾ ਸਮੁੰਦਰ ਭਾਰਤ ਨਾਲ ਲੱਗਦਾ ਜਾਂ ਕਿਹੜਾ ਮਹਾਸਾਗਰ ਭਾਰਤ ਨਾਲ ਲੱਗਦਾ, ਤਾਂ ਹਿੰਦ ਮਹਾਸਾਗਰ ਭਾਰਤ ਨਾਲ ਲੱਗਦਾ। ਇੱਕ ਗੱਲ ਹੋਰ ਦੱਸਣਯੋਗ ਹੈ ਇੱਥੇ ਆਪਣੇ ਲਈ ਫਖਰ ਦੀ ਗੱਲ ਹੈ ਕਿ ਆਪਣੇ ਕੋਲ ਜਿੰਨੇ ਵੀ ਮਹਾਸਾਗਰ ਆ, ਕਿਸੇ ਦਾ ਨਾਮ ਕਿਸੇ ਦੇਸ਼ ਦੇ ਉੱਪਰ ਨਹੀਂ ਹੈ, ਪਰ ਹਿੰਦ ਮਹਾਸਾਗਰ ਦਾ ਨਾਮ ਭਾਰਤ ਦੇਸ਼ 'ਤੇ ਹੈ। ਇਹਨੂੰ ਇੰਡੀਆ ਵਿੱਚ ਇੰਗਲਿਸ਼ ਵਿੱਚ ਬੋਲਦੇ ਹਾਂ ਇੰਡੀਅਨ ਓਸ਼ਨ, ਔਰ ਪੰਜਾਬੀ ਵਿੱਚ ਇਹਨੂੰ ਹਿੰਦ ਮਹਾਸਾਗਰ ਦਾ ਨਾਮ ਦਿੱਤਾ ਜਾਂਦਾ। 9 ਦੇਸ਼ ਜਿਹੜੇ ਭਾਰਤ ਦੇ ਸਮੁੰਦਰ ਨਾਲ ਲੱਗਦੇ, ਕਿਹੜੇ ਆ ਜੀ, ਗੁਜਰਾਤ ਹੈ ਜੀ, ਮਹਾਰਾਸ਼ਟਰ ਹੈ ਜੀ, ਇੱਥੇ ਗੋਆ ਹੈ ਜੀ, ਕਰਨਾਟਕ ਹੈ ਜੀ, ਕੇਰਲ ਹੈ, ਤਾਮਿਲਨਾਡੂ ਹੈ, ਆਂਧਰਾ ਪ੍ਰਦੇਸ਼ ਹੈ, ਠੀਕ ਹੈ ਜੀ, ਅਤੇ ਆਪਣੇ ਕੋਲ ਉੜੀਸਾ ਹੈ ਅਤੇ ਪੱਛਮੀ ਬੰਗਾਲ। ਇਹ 9 ਦੇਸ਼ ਹੈ, 9 ਰਾਜ ਹੈ ਜਿਹੜੇ ਕਿ ਭਾਰਤ ਦੇ ਕਿਹਦੇ ਨਾਲ ਲੱਗਦੇ ਜੀ, ਭਾਰਤ ਦੇ ਸਮੁੰਦਰ ਨਾਲ ਲੱਗਣ ਵਾਲੇ ਰਾਜ ਹੈ। ਇੱਕ ਗੱਲ ਇੱਥੇ ਹੋਰ ਦੱਸਦਾ ਕਿ ਪੁੱਛਣ ਲੈਂਦਾ ਕਿ ਸਭ ਤੋਂ ਵੱਧ ਰਾਜ ਕਿਹੜਾ ਹੈ ਜਿਹੜਾ ਸਮੁੰਦਰ ਨਾਲ ਲੱਗਦਾ, ਉਹ ਭਾਰਤ ਦਾ ਰਾਜ ਹੈ ਗੁਜਰਾਤ। ਸਭ ਤੋਂ ਘੱਟ ਰਾਜ ਹੈ ਉਹ ਹੈ ਆਪਣੇ ਕੋਲ ਗੋਆ, ਠੀਕ ਹੈ। ਔਰ ਦੱਖਣ ਵਿੱਚ ਲੱਗਣ ਵਾਲਾ ਰਾਜ ਸਮੁੰਦਰ ਨਾਲ ਜਿਹੜਾ ਸਭ ਤੋਂ ਜ਼ਿਆਦਾ ਲੱਗਦਾ ਉਹ ਲੱਗਦਾ ਆਂਧਰਾ ਪ੍ਰਦੇਸ਼, ਠੀਕ ਹੈ ਜੀ। ਬਾਕੀ ਸਮੁੰਦਰ ਦੇ ਵਿੱਚ ਆਪਣੇ ਕੋਲ ਅੰਡੇਮਾਨ ਨਿਕੋਬਾਰ ਦੀਪ ਸਮੂਹ ਹੈ, ਇੱਧਰ ਲਕਸ਼ਦੀਪ ਸਮੂਹ ਹੈ ਨਾ, ਲਕਸ਼ਦੀਪ ਜਿਹੜੇ ਉਹ ਵੀ ਬਾਰੇ ਆਪਾਂ ਜਾਣਾਂਗੇ। ਹੁਣ ਸਮੁੰਦਰ ਦੇ ਹੀ ਪਾਰਟਸ ਕਰਾਂਗੇ ਆਪਾਂ, ਤਾਂ ਅੱਗੇ ਆਪਾਂ ਚੱਲਦੇ ਹਾਂ ਜੀ। ਆਹ ਆਪਣੇ ਕੋਲ ਪ੍ਰਾਇਦੀਪ ਕਲੀਅਰ ਹੋ ਗਿਆ, ਦੀਪ ਕਲੀਅਰ ਹੋ ਗਿਆ। ਦੀਪ ਜੋ ਚਾਰੇ ਪਾਸੇ ਪਾਣੀ ਨਾਲ ਘਿਰਿਆ ਹੈ, ਪ੍ਰਾਇਦੀਪ ਜੋ 3 ਪਾਸੇ ਪਾਣੀ ਨਾਲ ਘਿਰਿਆ ਹੈ। ਭਾਰਤ ਕੀ ਇੱਕ ਪ੍ਰਾਇਦੀਪ ਹੈ ਕਿਉਂਕਿ ਇਹ
ਤਿੰਨੋਂ ਪਾਸੇ ਪਾਣੀ ਨਾਲ ਘਿਰਿਆ। ਕਿਹੜਾ ਮਹਾਸਾਗਰ ਭਾਰਤ ਨਾਲ ਲੱਗਦਾ ਹੈ? ਤਾਂ ਹਿੰਦ ਮਹਾਸਾਗਰ ਲੱਗਦਾ ਹੈ। ਚਲੋ, ਆਪਣੇ ਕੋਲ ਭਾਰਤ ਕਿਸ ਮਹਾਦੀਪ 'ਚ ਹੈ? ਤਾਂ ਏਸ਼ੀਆ ਮਹਾਦੀਪ 'ਚ ਹੈ। ਏਸ਼ੀਆ ਮਹਾਦੀਪ ਦੇ ਕਿੱਧਰ ਹੈ? ਤਾਂ ਦੱਖਣ ਵੱਲ ਆਪਾਂ ਕੀਤਾ ਕਿ ਏਸ਼ੀਆ ਮਹਾਦੀਪ ਦੇ ਭਾਰਤ ਦੱਖਣ ਵੱਲ ਹੈ ਜੀ। ਠੀਕ ਹੈ। ਔਰ ਆਪਾਂ ਮਹਾਦੀਪਾਂ ਦੀ ਗੱਲ ਕੀਤੀ, ਏਸ਼ੀਆ ਸਭ ਤੋਂ ਵੱਡਾ ਮਹਾਦੀਪ, ਅਫਰੀਕਾ ਇਸ ਵਿੱਚ ਸਭ ਤੋਂ ਵੱਧ ਦੇਸ਼ ਹਨ ਅਤੇ ਇਸ ਨੂੰ ਕਾਲਾ ਮਹਾਦੀਪ ਵੀ ਕਿਹਾ ਜਾਂਦਾ ਹੈ। ਉੱਤਰੀ ਅਮਰੀਕਾ ਵੀ ਇੱਕ ਮਹਾਦੀਪ ਹੈ, ਇੱਕ ਦੱਖਣੀ ਅਫਰੀਕਾ ਵੀ ਮਹਾਦੀਪ ਹੈ। ਜਿਹੜਾ ਅਮਰੀਕਾ ਇਕੱਲਾ ਦੇਸ਼ ਹੈ ਨਾ, ਉਹ ਉੱਤਰੀ ਅਮਰੀਕਾ 'ਚ ਹੈ। ਇਹਦਾ ਪੂਰਾ ਨਾਮ ਹੈ USA, ਯੂਨਾਈਟਿਡ ਸਟੇਟ ਆਫ ਅਮੈਰੀਕਾ। ਬਟ ਇਕੱਲਾ ਅਮੈਰੀਕਾ ਬੋਲਦੇ ਹਾਂ ਤਾਂ ਇੱਕ ਉੱਤਰੀ ਅਮਰੀਕਾ, ਇੱਕ ਦੱਖਣੀ ਅਮਰੀਕਾ, ਇਹ ਮਹਾਦੀਪ ਹੀ ਹੈ। ਇੱਕ ਯੂਰਪ ਮਹਾਦੀਪ ਹੈ। ਆਸਟ੍ਰੇਲੀਆ ਸਭ ਤੋਂ ਛੋਟਾ, ਵੈਰੀ ਇੰਪੋਰਟੈਂਟ। ਠੀਕ ਹੈ ਜੀ। ਔਰ ਜਿਹੜਾ ਅੰਟਾਰਕਟਿਕਾ ਹੈ, ਉਹ ਉੱਥੇ ਜੀਵਨ ਸੰਭਵ ਨਹੀਂ ਹੈ। ਕਿਉਂ ਜੀਵਨ ਸੰਭਵ ਨਹੀਂ ਹੈ? ਆਹ ਅੰਟਾਰਕਟਿਕਾ ਜਿਹੜਾ ਤੁਸੀਂ ਆ ਦੇਖ ਰਹੇ ਹੋ, ਇੱਥੇ ਬਰਫ਼ ਹੈ, ਇਸੇ ਕਰਕੇ ਜੀਵਨ ਸੰਭਵ ਨਹੀਂ। ਇਸ ਨੂੰ ਸਫੇਦ ਮਹਾਦੀਪ ਵੀ ਬੋਲਿਆ ਜਾਂਦਾ। ਕਾਲਾ ਮਹਾਦੀਪ ਤਾਂ ਅਫਰੀਕਾ ਹੈ, ਸਫੇਦ ਮਹਾਦੀਪ ਕਿਹੜਾ ਜੀ? ਅੰਟਾਰਕਟਿਕਾ। ਏਸ਼ੀਆ ਮਹਾਦੀਪ ਸਭ ਤੋਂ ਵੱਡਾ ਅਤੇ ਸਭ ਤੋਂ ਛੋਟਾ ਆਸਟ੍ਰੇਲੀਆ। ਭਾਰਤ ਕਿਸ ਮਹਾਦੀਪ 'ਚ ਹੈ? ਤਾਂ ਖਾਸ ਹੈ ਏਸ਼ੀਆ ਮਹਾਦੀਪ 'ਚ। ਤਾਂ ਭਾਰਤ ਦੀ ਗੱਲ ਕਰੀਏ ਤਾਂ ਖੇਤਰਫਲ ਪੱਖੋਂ ਭਾਰਤ ਦੇ ਨਾਲ ਆਪਾਂ ਜਾਣ ਪਛਾਣ ਕਰਦੇ ਹਾਂ। ਭਾਰਤ 7ਵੇਂ ਨੰਬਰ 'ਤੇ ਹੈ ਜੀ ਖੇਤਰਫਲ ਪੱਖੋਂ। ਭਾਰਤ ਦੇ ਜਿਹੜੇ ਵੱਡੇ ਦੇਸ਼, ਭਾਰਤ ਤੋਂ ਕਿੰਨੇ ਵੱਡੇ ਦੇਸ਼ ਹੈ ਕੁਐਸਚਨ ਇਹ ਵੀ ਆ ਸਕਦਾ। ਤਾਂ 6 ਦੇਸ਼ ਹੈ। ਸਭ ਤੋਂ ਵੱਡਾ ਵੀ ਪੁੱਛ ਸਕਦੇ ਆ ਕਿ ਸਭ ਤੋਂ ਵੱਡਾ ਦੇਸ਼ ਖੇਤਰਫਲ ਦੀ ਦ੍ਰਿਸ਼ਟੀ ਤੋਂ ਕੌਣ ਹੈ? ਤਾਂ ਰੂਸ ਹੈ। ਦੂਜੇ ਨੰਬਰ 'ਤੇ ਕੈਨੇਡਾ ਹੈ। ਤੀਜੇ ਨੰਬਰ 'ਤੇ ਚੀਨ ਹੈ। ਚੌਥੇ ਨੰਬਰ 'ਤੇ ਅਮੈਰੀਕਾ। ਪੰਜਵੇਂ 'ਚ ਬ੍ਰਾਜ਼ੀਲ। ਪੰਜ ਤਾਂ ਆਪਾਂ ਨੂੰ ਕਲੀਅਰ ਹੋਣੇ ਚਾਹੀਦੇ ਆ, ਕਿਉਂਕਿ ਨਾ ਮੈਂ ਤੁਹਾਨੂੰ ਦੱਸਦਾ ਜੀ, ਇਹਨਾਂ ਦਾ ਸੀਕੁਐਂਸ ਵੀ ਪੁੱਛ ਲੈਂਦੇ ਆ ਵੀ ਛੋਟੇ ਤੋਂ ਵੱਡੇ ਵੱਲ ਜਿਹੜੇ ਆ ਦੇਸ਼ਾਂ ਦਾ ਸੀਕੁਐਂਸ ਬਣਾਓ। ਅਤੇ ਇੱਕ ਆਸਟ੍ਰੇਲੀਆ ਹੈ। ਉਸ ਤੋਂ ਬਾਅਦ 7ਵੇਂ ਨੰਬਰ 'ਤੇ ਭਾਰਤ ਹੈ। ਤਾਂ ਤੁਹਾਡੇ ਤੋਂ ਕੁਐਸਚਨ ਹੁੰਦਾ ਸਭ ਤੋਂ ਵੱਡਾ ਕਿਹੜਾ? ਤਾਂ ਰੂਸ ਹੈ। ਵੈਰੀ ਇੰਪੋਰਟੈਂਟ। ਭਾਰਤ ਕਿੰਨੇ ਦੇਸ਼ਾਂ ਨਾਲੋਂ ਛੋਟਾ ਹੈ? ਤਾਂ 6 ਦੇਸ਼ਾਂ ਨਾਲੋਂ ਛੋਟਾ ਹੈ। ਭਾਰਤ ਦਾ ਆਪਦਾ ਕਿੰਨਵਾਂ ਨੰਬਰ ਹੈ? ਤਾਂ 7ਵਾਂ ਨੰਬਰ ਭਾਰਤ ਦਾ ਆਪਦਾ ਹੈ। ਆਪਾਂ ਹੁਣੇ ਗੱਲ ਕੀਤੀ ਸੀ ਆਪਣੇ ਕੋਲ ਕਿ ਕਿੰਨੇ ਜਿਹੜੇ ਰਾਜ ਹੈ ਉਹ ਭਾਰਤ ਦੇ ਸਮੁੰਦਰ ਨਾਲ ਲੱਗਦੇ ਆ, ਉਹਨਾਂ ਦੀ ਆਪਾਂ ਗੱਲ ਕੀਤੀ ਸੀ। ਹੁਣ ਫਿਰ ਆਪਾਂ ਉਸ ਬਾਰੇ ਗੱਲ ਕਰਦੇ ਹਾਂ ਜੀ। ਸਮੁੰਦਰ ਦੇ ਨਾਲ ਭਾਰਤ ਦੇ 9 ਰਾਜ ਲੱਗਦੇ ਜੀ। ਆਹ ਵਾਲੇ ਗੁਜਰਾਤ ਹੈ, ਮਹਾਰਾਸ਼ਟਰ ਹੈ, ਗੋਆ ਹੈ, ਕਰਨਾਟਕਾ ਹੈ, ਕੇਰਲ ਹੈ, ਤਾਮਿਲਨਾਡੂ ਹੈ, ਆਂਧਰਾ ਪ੍ਰਦੇਸ਼ ਹੈ, ਉੜੀਸਾ ਹੈ ਅਤੇ ਵੈਸਟ ਬੰਗਾਲ, ਪੱਛਮੀ ਬੰਗਾਲ ਹੈ। ਇਹ 9 ਆਪਣੇ ਕੋਲ ਹੈ। ਭਾਰਤ ਦੇ ਕਿੰਨੇ ਰਾਜ ਜਿਹੜੇ ਸਮੁੰਦਰ ਨਾਲ ਲੱਗਦੇ? ਤਾਂ 9। ਸਭ ਤੋਂ ਜ਼ਿਆਦਾ ਲੱਗਦਾ ਗੁਜਰਾਤ, ਸਭ ਤੋਂ ਘੱਟ ਲੱਗਦਾ ਗੋਆ। ਇਹ ਤੁਸੀਂ ਧਿਆਨ ਦੇ ਵਿੱਚ ਰੱਖ ਲੈਣਾ ਜੀ। ਨੈਕਸਟ ਆਪਾਂ ਚੱਲਦੇ ਹਾਂ ਕਰਕ ਰੇਖਾ। ਕਰਕ ਰੇਖਾ 'ਤੇ ਕੁਐਸਚਨ ਬਹੁਤ ਵਾਰ ਆਉਂਦਾ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਆਪਣੇ ਕੋਲ ਜਿਹੜੀ ਪੂਰੀ ਧਰਤੀ ਨੂੰ, ਜਿਹੜੀ ਆ ਪੂਰੀ ਗਲੋਬ ਨੂੰ 2 ਹਿੱਸਿਆਂ ਵਿੱਚ ਵੰਡਦੀ ਹੈ, ਉਹ ਤਾਂ ਹੈ ਭੂ-ਮੱਧ ਰੇਖਾ, ਜਿਹੜੀ ਧਰਤੀ ਦੇ ਮੱਧ ਵਿੱਚੋਂ ਗੁਜ਼ਰਦੀ ਹੈ। ਪਰ ਜਿਹੜੀ ਭਾਰਤ ਦੇ ਮੱਧ ਵਿੱਚੋਂ ਗੁਜ਼ਰਦੀ ਹੈ, ਭਾਰਤ ਨੂੰ 2 ਹਿੱਸਿਆਂ ਵਿੱਚ ਵੰਡਦੀ ਹੈ, ਤੁਸੀਂ ਦਿਖਾਈ ਦੇ ਰਹੀ ਹੈ ਤੁਹਾਨੂੰ ਆਹ ਵਾਲੀ ਰੇਖਾ, ਇਹਨੂੰ ਕਰਕ ਰੇਖਾ ਦਾ ਨਾਮ ਦਿੱਤਾ ਜਾਂਦਾ। ਆਹ ਵਾਲੀ ਰੇਖਾ ਕਰਕ ਰੇਖਾ ਹੈ। ਠੀਕ ਹੈ ਜੀ। ਕਰਕ ਰੇਖਾ ਤੁਹਾਨੂੰ ਦਿਖਾਈ ਦੇ ਰਹੀ ਹੈ। ਤਾਂ ਆਪਣੇ ਕੋਲੋਂ ਭਾਰਤ ਵਿੱਚ ਸਿੰਪਲ ਕੁਐਸਚਨ ਪੁੱਛਿਆ ਜਾ ਸਕਦਾ ਕਿ ਭਾਰਤ ਦੇ ਕਿੰਨੇ ਰਾਜਾਂ 'ਚੋਂ ਕਰਕ ਰੇਖਾ ਗੁਜ਼ਰਦੀ ਹੈ? ਤਾਂ 8 ਰਾਜਾਂ 'ਚੋਂ। 8 ਰਾਜਾਂ 'ਚੋਂ ਕਰਕ ਰੇਖਾ ਆਪਣੀ ਗੁਜ਼ਰਦੀ ਹੈ ਜੀ। ਠੀਕ ਹੈ। ਅਤੇ ਕਿਹੜੇ ਕਿਹੜੇ ਰਾਜ ਹੈ ਉਹ ਆਪਣੇ ਕੋਲ? ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਝਾਰਖੰਡ, ਛੱਤੀਸਗੜ੍ਹ, ਮਿਜ਼ੋਰਮ, ਤ੍ਰਿਪੁਰਾ, ਪੱਛਮੀ ਬੰਗਾਲ। ਇਹਨਾਂ ਦੀ ਇੱਕ ਸ਼ੋਰਟ ਟਿਕਸ ਵੀ ਮੈਂ ਤੁਹਾਨੂੰ ਆਪਦੀ ਨੈਕਸਟ ਵੀਡੀਓ ਦੇ ਵਿੱਚ ਦੱਸੂਗਾ। ਅੱਜ ਆਪਾਂ ਇੰਟਰੋਡਕਸ਼ਨ ਕਰ ਰਹੇ ਹਾਂ ਤਾਂ ਜੋ ਸਿੰਪਲ ਭਾਸ਼ਾ ਵਿੱਚ ਹੀ ਤੁਹਾਨੂੰ ਹੋਵੇ। ਨੈਕਸਟ ਆਉਣ ਵਾਲੀਆਂ ਵੀਡੀਓਜ਼ 'ਚ ਹਰ ਇੱਕ ਚੀਜ਼ ਦੀ ਟ੍ਰਿਕ ਹੋਊਗੀ ਅਤੇ ਉਹਨੂੰ ਅਸੀਂ ਆਪਾਂ ਟ੍ਰਿਕ ਨਾਲ ਯਾਦ ਕਰਾਂਗੇ। ਮੈਂ ਹੁਣੇ ਦੱਸ ਕੇ ਹਟਿਆ ਸਭ ਤੋਂ ਵੱਧ ਸਮੁੰਦਰੀ ਤੱਟ ਨਾਲ ਲੱਗਣ ਵਾਲਾ ਰਾਜ ਤਾਂ ਆਪਣੇ ਕੋਲ ਜੀ ਗੁਜਰਾਤ ਹੈ। ਠੀਕ ਹੈ ਜੀ। ਤਾਂ ਗੁਜਰਾਤ। ਅਤੇ ਸਾਊਥ ਵਿੱਚ ਭਾਵ ਦੱਖਣ ਵਿੱਚ ਲੱਗਣ ਵਾਲਾ ਰਾਜ ਕਿਹੜਾ ਜੀ? ਆਂਧਰਾ ਪ੍ਰਦੇਸ਼। ਸਭ ਤੋਂ ਘੱਟ ਸਮੁੰਦਰ ਨਾਲ ਲੱਗਣ ਵਾਲਾ ਗੋਆ। ਭਾਰਤ ਦੀਆਂ ਦਿਸ਼ਾਵਾਂ ਦੀ ਗੱਲ ਕਰੀਏ ਤਾਂ ਉੱਤਰ ਵਿੱਚ ਭਾਰਤ ਦੇ ਕੀ ਹੈ, ਦੱਖਣ ਵਿੱਚ ਕੀ ਹੈ, ਪੂਰਬ ਵਿੱਚ ਕੀ ਹੈ, ਪੱਛਮ ਵਿੱਚ ਕੀ ਹੈ, ਇਹਦੀ ਗੱਲ ਆਪਾਂ ਕਰ ਲੈਂਦੇ ਹਾਂ ਜੀ। ਆਓ ਧਿਆਨ ਦੇਣਾ। ਆਪਣੇ ਕੋਲ ਭਾਰਤ ਹੈ। ਭਾਰਤ ਦੇ ਉੱਤਰ ਵਿੱਚ ਕੀ ਹੈ ਜੀ? ਹਿਮਾਲਿਆ। ਹਿਮਾਲਿਆ। ਦੱਖਣ ਵਿੱਚ ਕੀ ਹੈ? ਹਿੰਦ ਮਹਾਸਾਗਰ। ਹਿੰਦ ਮਹਾਸਾਗਰ। ਸ਼ੋਰਟ ਦੇ ਵਿੱਚ ਲਿਖਣਾ, ਸਮਝ ਆ ਜਾਓ। ਇੱਥੇ ਕੀ ਹੈ? ਬੇ ਆਫ ਬੰਗਾਲ, ਬੰਗਾਲ ਦੀ ਖਾੜੀ। ਇੱਧਰ ਕੀ ਹੈ ਜੀ? ਅਰਬ ਸਾਗਰ, ਅਰੇਬੀਅਨ ਸੀ। ਹੁਣ ਆਪਣੇ ਕੋਲ ਜਿਹੜਾ ਹਿਮਾਲਿਆ ਪਰਬਤ ਹੈ, ਇਹਨਾਂ ਨੂੰ ਮੋੜਦਾਰ ਪਰਬਤ ਵੀ ਕਿਹਾ ਜਾਂਦਾ ਹੈ। ਪਰਬਤ 4 ਤਰ੍ਹਾਂ ਦੇ ਹੁੰਦੇ ਆ। ਉਹ ਪਰਬਤ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਰਾ ਕਲੀਅਰ ਕਰੂੰਗਾ। ਪਰ ਆਪਣਾ ਹੁਣ ਜਿਹੜਾ ਟੋਪਿਕ ਹੈ ਭਾਰਤ ਹੈ, ਤਾਂ ਜਿਹੜਾ ਭਾਰਤ ਦੇ ਉੱਤਰ ਵਿੱਚ ਹਿਮਾਲਿਆ ਪਰਬਤ ਹੈ, ਵਿਸ਼ਾਲ ਹਿਮਾਲਿਆ ਪਰਬਤ ਦੀ ਸ਼੍ਰੰਖਲਾਵਾਂ ਲੱਗਦੀਆਂ। ਠੀਕ ਹੈ। ਤਾਂ ਇਹਦੇ ਵਿੱਚ ਜਿਹੜੀ ਸਭ ਤੋਂ ਉੱਚੀ ਚੋਟੀ ਹਿਮਾਲਿਆ ਪਰਬਤ ਦੀ ਹੈ ਉਹ ਮਾਊਂਟ ਐਵਰੈਸਟ ਹੈ। ਪਰ ਉਹ ਭਾਰਤ ਵਿੱਚ ਨਹੀਂ, ਉਹ ਨੇਪਾਲ ਦੇ ਵਿੱਚ ਹੈ। ਠੀਕ ਹੈ। ਭਾਰਤ ਦੀ ਸਭ ਤੋਂ ਉੱਚੀ ਚੋਟੀ ਦਾ ਨਾਮ ਗੋਡਵਿਨ ਆਸਟਿਨ ਹੈ, ਜਿਹਨੂੰ K2 ਨਾਮ ਦਿੱਤਾ ਜਾਂਦਾ। ਪਰ ਜਿਹੜੀ ਗੋਡਵਿਨ ਆਸਟਿਨ ਹੈ ਅੱਜ ਕੱਲ੍ਹ ਉਹ
ਪਾਕਿਸਤਾਨ ਨੇ ਆਪਣੇ ਕਬਜ਼ੇ 'ਤੇ ਕੀਤਾ ਹੋਇਆ ਆਕੂਪਾਈ ਕਸ਼ਮੀਰ, ਜਿਹਨੂੰ POK ਬੋਲਦੇ ਆ, ਉਹਦੇ ਵਿੱਚ ਗੋਡਵਿਨ ਅਸਟੀਨ ਰਹਿ ਜਾਂਦੀ ਹੈ। ਅਤੇ ਦੂਸਰੇ ਨੰਬਰ 'ਤੇ ਆਪਣੇ ਸਿੱਕਮ ਦੇ ਵਿੱਚ ਕੰਚਨਜੰਗਾ ਜਿਹੜੀ ਸਭ ਤੋਂ ਉੱਚੀ ਚੋਟੀ ਹੈ। ਹਿਮਾਲਿਆ ਪਰਬਤ ਦੀ ਸਭ ਤੋਂ ਉੱਚੀ ਚੋਟੀ ਦਾ ਨਾਮ ਤਾਂ ਆਪਣੇ ਕੋਲ ਮਾਊਂਟ ਐਵਰੈਸਟ ਹੀ ਹੈ, ਪਰ ਉਹ ਕਿਹੜੇ ਦੇਸ਼ 'ਚ ਹੈ? ਨੇਪਾਲ 'ਚ। ਆਪਣਾ ਹੈ ਕਿ ਹਿਮਾਲਿਆ ਪਰਬਤ ਦਾ ਜਨਮ ਕਿਸ ਤੋਂ ਹੋਇਆ? ਤਾਂ ਟੈਥੀਜ਼ ਨਾਂ ਦੇ ਸਮੁੰਦਰ ਤੋਂ ਹੋਇਆ। ਟੈਥੀਜ਼ ਨਾਂ ਦਾ ਸਮੁੰਦਰ ਹੋਇਆ ਕਰਦਾ ਸੀ ਜਿੱਥੇ ਅੱਜ ਹਿਮਾਲਿਆ ਪਰਬਤ ਹੈ। ਸਭ ਤੋਂ ਉੱਚੇ ਪਰਬਤ ਹੈ, ਸਭ ਤੋਂ ਜਵਾਨ ਪਰਬਤ ਹੈ ਹਿਮਾਲਿਆ ਪਰਬਤ। ਹਿੰਦ ਮਹਾਸਾਗਰ ਭਾਰਤ ਦੇ ਦੱਖਣ ਵਿੱਚ ਲੱਗਦਾ ਹੈ। ਭਾਰਤ ਨੂੰ ਇੱਥੇ ਕੇਂਦਰੀ ਸਥਿਤੀ ਪ੍ਰਾਪਤ ਹੈ, ਠੀਕ ਹੈ ਜੀ। ਔਰ ਇੱਧਰ ਕੀ ਆਪਣੇ ਕੋਲ ਬੇ ਆਫ ਬੰਗਾਲ ਲੱਗਦਾ ਹੈ ਅਤੇ ਇੱਧਰ ਆਪਣੇ ਕੋਲ ਅਰਬ ਸਾਗਰ ਲੱਗਦਾ ਹੈ, ਠੀਕ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਉੱਤਰ ਵਿੱਚ ਹਿਮਾਲਿਆ ਪਰਬਤ, ਠੀਕ ਹੈ, ਔਰ ਦੱਖਣ ਵਿੱਚ ਹਿੰਦ ਮਹਾਸਾਗਰ, ਬੰਗਾਲ ਦੀ ਖਾੜੀ ਪੂਰਬ 'ਚ, ਅਰਬ ਸਾਗਰ ਪੱਛਮ 'ਚ। ਇੰਨੀਆਂ ਗੱਲਾਂ ਆਪਾਂ ਨੂੰ ਸਮਝ ਆਉਣੀਆਂ ਚਾਹੀਦੀਆਂ। ਆਪਾਂ ਨੈਕਸਟ ਵੀਡੀਓ ਦੇ ਵਿੱਚ ਬਹੁਤ ਕੁਛ ਲੈ ਕੇ ਆਵਾਂਗੇ ਤੁਹਾਡੇ ਲਈ। ਤਾਂ ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਭਾਰਤ ਜਿਹੜਾ ਹੈ ਸੰਸਾਰ ਵਿੱਚ ਖੇਤਰਫਲ ਪੱਖੋਂ ਕਿੰਨਵਾਂ ਸਥਾਨ ਹੈ ਭਾਰਤ ਦਾ? ਤਾਂ ਆਪਾਂ ਨੂੰ ਪਤਾ ਹੈ ਜੀ 7ਵਾਂ ਸਥਾਨ ਹੈ। ਸੰਸਾਰ ਦੀ ਕਿੰਨੇ % ਭੂਮੀ ਭਾਰਤ ਕੋਲ ਹੈ? 2.46%। ਕਈ ਜਗ੍ਹਾ 2.42 ਵੀ ਲਿਖਿਆ ਹੁੰਦਾ, 2.4 ਵੀ ਲਿਖਿਆ ਹੋਵੇ ਤਾਂ ਵੀ ਕੋਈ ਨਹੀਂ। ਤਾਂ 2.4 ਤਾਂ ਹਮੇਸ਼ਾ ਯਾਦ ਹੀ ਰੱਖਣਾ, 2.40 42 46। ਖੇਤਰਫਲ ਕਿੰਨਾ ਹੈ ਜੀ? 32 87 263। ਇਹ ਭਾਰਤ ਦਾ ਖੇਤਰਫਲ ਹੈ। ਭਾਰਤ ਦੀ ਲੰਬਾਈ, ਜਿਵੇਂ ਆਪਾਂ ਲੰਬਾਈ ਦੀ ਗੱਲ ਕਰੀਏ ਤਾਂ ਆਪਣੇ ਕੋਲ ਆ ਭਾਰਤ ਹੈ, ਠੀਕ ਹੈ। ਅਤੇ ਇਹਦੇ ਵਿੱਚ ਆਪਾਂ ਇਹਦੀ ਲੰਬਾਈ ਅਤੇ ਚੌੜਾਈ ਦੀ ਗੱਲ ਕਰ ਲੈਂਦੇ ਹਾਂ। ਇੱਥੋਂ ਲੈ ਕੇ ਇੱਥੋਂ ਤੱਕ ਦੀ ਲੰਬਾਈ, ਇੱਥੋਂ ਲੈ ਕੇ ਇੱਥੋਂ ਤੱਕ ਦੀ ਚੌੜਾਈ 3214 ਕਿਲੋਮੀਟਰ ਲੰਬਾਈ ਹੈ, 2933 ਕਿਲੋਮੀਟਰ ਚੌੜਾਈ ਹੈ। ਇਹ ਜੰਮੂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਹੈ। ਇਹ ਅਰੁਣਾਚਲ ਪ੍ਰਦੇਸ਼ ਤੋਂ ਗੁਜਰਾਤ ਤੱਕ ਦੀ ਹੈ। ਲੰਬਾਈ ਕਿੰਨੀ ਹੈ ਜੀ? 3214। ਚੌੜਾਈ ਕਿੰਨੀ ਹੈ ਜੀ? 2933 ਕਿਲੋਮੀਟਰ। ਮੈਂ ਇੱਥੇ ਮੈਪ 'ਤੇ ਤਾਂ ਲੈ ਕੇ ਆ ਰਿਹਾ ਤੁਹਾਨੂੰ ਤੋਂ ਕਲੀਅਰ ਹੋ ਜੇ। ਚਲੋ ਕਰ ਰਹੇ ਹਾਂ ਸ਼ੁਰੂ ਜੀ। ਜੰਮੂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਲੰਬਾਈ ਕਿੰਨੀ ਹੈ ਜੀ? 3214। ਚੌੜਾਈ ਕਿੰਨੀ ਹੈ ਜੀ? 2933। ਕਿੱਥੋਂ? ਗੁਜਰਾਤ ਤੋਂ ਅਰੁਣਾਚਲ ਪ੍ਰਦੇਸ਼। ਦੀਪ ਸਮੂਹ ਦੀ ਗਿਣਤੀ 250 ਹੈ ਜੀ। ਦੀਪ ਸਮੂਹ ਕਿਹਨੂੰ ਕਹਿੰਦੇ ਆ? ਆਪਣੇ ਕੋਲ ਅੰਡੇਮਾਨ ਨਿਕੋਬਾਰ ਦੀਪ ਸਮੂਹ ਹੈ, ਲਕਸ਼ਦੀਪ ਦੀਪ ਸਮੂਹ ਹੈ, ਆਹ ਵਾਲੇ ਜਿਹੜੇ ਆਪਾਂ ਹੁਣੇ ਗੱਲ ਕੀਤੀ ਸੀ। ਲਗਭਗ ਦੇ 250 ਦੇ 250 ਤੋਂ ਉੱਪਰ ਵੀ ਕਿਹਾ ਜਾਂਦਾ ਹੈ। ਆਹ ਅੰਡੇਮਾਨ ਨਿਕੋਬਾਰ ਹੈ ਅਤੇ ਇਹ ਲਕਸ਼ਦੀਪ ਹੈ। ਇੱਥੇ ਆਪਣੇ ਕੋਲ ਲਗਭਗ 230 ਹੈ ਅਤੇ 20 ਲਕਸ਼ਦੀਪ 'ਚ ਹੈ। ਤਾਂ ਲਗਭਗ 250 ਦੇ ਕਰੀਬ ਆਪਣੇ ਕੋਲ ਦੀਪ ਮਿਲਦੇ ਆ ਭਾਰਤ 'ਚ, ਠੀਕ ਹੈ। ਕਈ ਜਗ੍ਹਾ ਕਈ ਬੁੱਕਸ ਦੇ ਵਿੱਚ ਇਹਨੂੰ ਜ਼ਿਆਦਾ ਅਪਡੇਟ ਵੀ ਕਰਕੇ ਦੱਸਿਆ ਹੋਇਆ, ਕਈ ਜਗ੍ਹਾ ਕੋਈ ਇਹਨੂੰ 65 ਵੀ ਕਹਿੰਦਾ, 200 ਆਪਣੇ ਕੋਲ 250 ਆਪਾਂ ਇਹਨੂੰ ਕਹਿੰਦੇ ਹਾਂ, ਕਿਉਂਕਿ ਜ਼ਿਆਦਾਤਰ ਜਿਹੜਾ 250 ਨੂੰ ਸਹੀ ਮੰਨਿਆ ਜਾਂਦਾ। ਪ੍ਰਾਇਦੀਪ ਦੀ ਕੁੱਲ ਲੰਬਾਈ ਕਿੰਨੀ ਹੈ ਜੀ? ਆਹ ਆਪਣੇ ਕੋਲ ਫਿਰ ਆਪਾਂ ਗੱਲ ਕਰ ਰਹੇ ਹਾਂ ਜੀ ਪ੍ਰਾਇਦੀਪ। ਆਹ ਪ੍ਰਾਇਦੀਪ ਹੈ, ਇਹਦੀ ਲੰਬਾਈ ਹੈ 6100। ਪਰ ਜੇਕਰ ਇਹ ਸਮੁੰਦਰੀ ਰਸਤਾ ਆ ਹੈ ਨਾ ਪ੍ਰਾਇਦੀਪ, ਜੇਕਰ ਅੰਡੇਮਾਨ ਨਿਕੋਬਾਰ ਹੈ ਇਹ ਵੀ ਤਾਂ ਭਾਰਤ ਦਾ ਹੀ ਹੈ, ਲਕਸ਼ਦੀਪ ਹੈ ਇਹ ਵੀ ਤਾਂ ਭਾਰਤ ਦਾ। ਇਹ ਸਮੁੰਦਰੀ ਰਸਤਾ ਹੈ ਜਿਹੜਾ ਨਾਲ ਹੈ, ਇਹ ਸਮੁੰਦਰੀ ਰਸਤਾ ਹੈ ਨਾਲ ਇਹ ਵੀ ਹੀ ਸਮੁੰਦਰੀ ਰਸਤਾ ਨਾ। ਇਹਨਾਂ ਦੀ ਲੰਬਾਈ, ਇਹਦੀ ਲੰਬਾਈ ਔਰ ਲਕਸ਼ਦੀਪ ਦੀ ਲੰਬਾਈ, ਅੰਡੇਮਾਨ ਨਿਕੋਬਾਰ ਦੀ ਲੰਬਾਈ ਜੋੜ ਲਈ ਜਾਵੇ ਤਾਂ 7516.5 ਕਿਲੋਮੀਟਰ ਲੰਬਾਈ ਟੋਟਲ ਲੈਂਥ ਬਣ ਜਾਂਦੀ ਹੈ ਸਮੁੰਦਰ ਕੰਢੇ ਨੂੰ ਲੱਗਣ ਵਾਲੀ। ਵੈਸੇ 6100 ਹੈ। ਪ੍ਰਾਇਦੀਪ ਕਿੰਨੇ ਕਿਲੋਮੀਟਰ ਲੱਗਦਾ ਜੀ? 6100। ਅਤੇ ਟੋਟਲ ਲੈਂਥ ਕਿੰਨੀ ਲੱਗਦੀ ਹੈ? 7516। ਇਹ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਜੀ। ਮੈਂ ਬਾਰ-ਬਾਰ ਮੈਪ ਦੇ ਵਿੱਚ ਲੈ ਕੇ ਆਉਣਾ ਤਾਂ ਆਪਣਾ ਗਿਆਨ ਹੈ ਜੋ ਪੱਕਾ ਹੋ ਜੇ ਜੀ। ਪ੍ਰਾਇਦੀਪ ਹੈ 6100 ਕਿਲੋਮੀਟਰ ਔਰ ਟੋਟਲ ਹੈ 7516। ਆਬਾਦੀ ਪੱਖੋਂ ਭਾਰਤ ਕਿੰਨਵਾਂ ਸਥਾਨ ਹੈ? ਦੂਸਰਾ ਸਥਾਨ ਹੈ। ਚੜ੍ਹਦੇ ਸੂਰਜ ਦਾ ਰਾਜ ਅਰੁਣਾਚਲ ਪ੍ਰਦੇਸ਼ ਅਤੇ ਲਹਿੰਦੇ ਦਾ ਗੁਜਰਾਤ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਸਭ ਤੋਂ ਪਹਿਲਾਂ ਸੂਰਜ ਦੀਆਂ ਕਿਰਨਾਂ, ਤੁਹਾਡੇ ਸਾਹਮਣੇ ਮੈਪ ਹੈ, ਸਭ ਤੋਂ ਪਹਿਲਾਂ ਸੂਰਜ ਦੀਆਂ ਕਿਰਨਾਂ ਅਰੁਣਾਚਲ ਪ੍ਰਦੇਸ਼ 'ਚ ਪੈਂਦੀਆਂ ਨੇ ਔਰ ਸਭ ਤੋਂ ਲਾਸਟ 'ਚ ਗੁਜਰਾਤ 'ਚ। ਤਾਂ ਭਾਰਤ ਦਾ ਉਹ ਰਾਜ ਜਿੱਥੇ ਸਭ ਤੋਂ ਪਹਿਲਾਂ ਸੂਰਜ ਚੜ੍ਹਦਾ ਉਹ ਹੈ ਅਰੁਣਾਚਲ, ਇਸ ਕਰਕੇ ਚੜ੍ਹਦੇ ਸੂਰਜ ਦਾ ਰਾਜ। ਸਭ ਤੋਂ ਬਾਅਦ ਲਹਿੰਦਾ ਤਾਂ ਗੁਜਰਾਤ ਤਾਂ ਲਹਿੰਦੇ ਸੂਰਜ ਦਾ ਰਾਜ। ਜੇ ਵਰਲਡ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਸੂਰਜ ਚੜ੍ਹਦਾ ਜਾਪਾਨ 'ਚ, ਚੜ੍ਹਦੇ ਸੂਰਜ ਦਾ ਜਿਹੜਾ ਦੇਸ਼ ਹੈ ਜਾਪਾਨ, ਲਹਿੰਦੇ ਸੂਰਜ ਦਾ ਦੇਸ਼ ਬ੍ਰਿਟੇਨ ਹੈ, ਭਾਵ ਇੰਗਲੈਂਡ ਹੈ। ਆਪਾਂ ਭਾਰਤ ਬਾਰੇ ਗੱਲ, ਅਰੁਣਾਚਲ ਪ੍ਰਦੇਸ਼ ਚੜ੍ਹਦੇ ਸੂਰਜ ਦਾ ਰਾਜ ਔਰ ਲਹਿੰਦੇ ਦਾ ਗੁਜਰਾਤ। ਨੈਕਸਟ ਗੱਲ ਕਰਦੇ ਜੀ ਬਹੁਤ, ਹਾਂਜੀ। ਇਹ ਹੈ ਚੜ੍ਹਦੇ ਸੂਰਜ ਦਾ ਜਾਪਾਨ, ਲਹਿੰਦੇ ਦਾ ਇੰਗਲੈਂਡ। ਖੇਤਰਫਲ ਪੱਖੋਂ ਭਾਰਤ ਦਾ ਸਭ ਤੋਂ ਵੱਡਾ ਰਾਜ ਰਾਜਸਥਾਨ ਹੈ, ਠੀਕ ਹੈ। ਰਾਜਸਥਾਨ ਨੇ, ਐ ਮੰਨ ਲਓ ਯਾਦ ਰੱਖਣ ਵਾਸਤੇ, ਰਾਜਸਥਾਨ ਨੇ ਹੀ ਸਾਰੀ ਜ਼ਮੀਨ 'ਤੇ ਰਾਜ ਕੀਤਾ ਹੋਇਆ। ਕਿਹਨੇ ਸਾਰੀ ਜ਼ਮੀਨ 'ਤੇ ਰਾਜ ਕੀਤਾ? ਰਾਜਸਥਾਨ ਨੇ। ਔਰ ਰਾਜਸਥਾਨ ਕੋਲ ਬਹੁਤ ਸਥਾਨ ਹੈ, ਕਿਉਂਕਿ ਸਥਾਨ ਤਾਂ ਆਪੇ ਰਾਜਸਥਾਨ ਦਾ ਨਾਮ ਹੀ ਕੀ ਹੈ? ਰਾਜਸਥਾਨ। ਸਥਾਨ ਬਹੁਤ ਸਾਰੇ ਸਥਾਨ 'ਤੇ ਇਹਦਾ ਰਾਜ ਹੈ, ਠੀਕ ਹੈ। ਅਤੇ ਸਭ ਤੋਂ ਛੋਟਾ ਕਿਹੜਾ ਜੀ? ਗੋਆ।
ठीक है, सब तो छोटा गोवा, 2 वर्डां 'ਚ नाम कवर हो जाता तो गोवा तो सब तो छोटा ही है ਵਿਚਾਰਾ। यूपी आबादी पक्षों यूपी सब तो ਵੱਧ ਜਿਹੜੇ ਹੈ यूपी ਦੇ ਵਿੱਚ ਲੋਕ ਰਹਿੰਦੇ ਨੇ। उत्तर प्रदेश ठीक है, ਤਾਂ उत्तर प्रदेश ਦੇ ਵਿੱਚ ਸਭ ਤੋਂ ਵੱਧ ਆਬਾਦੀ ਹੈ। ਠੀਕ ਹੈ ਜੀ। ਸਿੱਕਮ ਆਪਣੇ ਆਪ ਦੇ ਵਿੱਚ ਵੀ ਕਹਿੰਦਾ ਮੇਰੇ 'ਚ ਆਬਾਦੀ ਕਮ, ਸਿੱਕਮ ਆਬਾਦੀ ਕਮ, ਸਿੱਕਮ ਵਿਚਾਰਾ ਕਹਿੰਦਾ ਮੇਰੇ ਕੋਲ ਆਬਾਦੀ ਕਮ ਹੈ। ਠੀਕ ਹੈ ਜੀ, ਤਾਂ ਤੁਸੀਂ ਇਹਨੂੰ ਵੀ ਯਾਦ ਰੱਖਣਾ। ਫਿਰ ਆਪਣੇ ਕੋਲ ਕੀ ਹੈ ਜੀ, ਉੱਤਰੀ ਸਿਰਾ ਭਾਰਤ ਦਾ ਇੰਦਰਾ ਕਾਲ ਹੈ ਸਭ ਤੋਂ ਉੱਪਰ ਵਿੱਚ, ਅਤੇ ਦੱਖਣੀ ਸਿਰੇ ਦਾ ਨਾਮ ਹੈ ਕੈਪ ਕੈਮੋਰਿਨ। ਕੈਪ ਕਮੋਰਿਨ ਸਿਰਾ ਦੱਖਣੀ ਸਿਰਾ ਹੈ ਭਾਰਤ ਦਾ। ਅਤੇ ਬਿੰਦੂ ਜਿਹੜਾ ਦੱਖਣੀ ਹੈ ਉਹ ਅੰਡੇਮਾਨ ਨਿਕੋਬਾਰ ਹੈ। ਇਹ ਪੁੱਛਿਆ ਜਾਂਦਾ ਬਹੁਤ ਵਾਰੀ ਕਿ ਭਾਰਤ ਦਾ ਦੱਖਣੀ ਬਿੰਦੂ ਜਿਹੜਾ ਹੈ ਕਿੱਥੇ, ਅੰਡੇਮਾਨ ਨਿਕੋਬਾਰ 'ਚ। ਠੀਕ ਹੈ, ਚਲੋ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ। ਤੁਸੀਂ ਸਮਝਣਾ ਵੀ ਮੈਂ ਕੀ ਕਹਿ ਰਿਹਾ, ਉਹ ਗੱਲ ਨੂੰ ਸਮਝਣਾ। ਜਿਵੇਂ ਆਪਣੇ ਕੋਲ ਆ ਭਾਰਤ ਹੈ, ਠੀਕ ਹੈ, ਆਹ ਭਾਰਤ ਨੂੰ ਆਪਾਂ ਵਧੀਆ ਜਿਹਾ ਬਣਾ ਲਈਏ ਥੋੜ੍ਹਾ ਜਿਹਾ। ਚਲੋ ਵੀ ਭਾਰਤ ਬਣ ਜਾ ਥੋੜ੍ਹਾ ਜਿਹਾ ਵਧੀਆ, ਇਹ ਕੋਸ਼ਿਸ਼ ਕਰਦੇ ਹਾਂ ਬੱਚਿਆਂ ਨੂੰ ਸਮਝ ਵੀ ਆ ਜਾਏ। ਲਓ ਜੀ, ਇਹ ਸਪੋਜ਼ ਕਰੀਏ ਆਪਾਂ ਭਾਰਤ ਹੈ। ਠੀਕ ਹੈ, ਚਲੋ ਭਾਰਤ ਹੈ ਜੀ। ਆਪਣੇ ਕੋਲ ਗੱਲ ਕਰ ਰਹੇ ਹਾਂ ਕਿ ਫਿਰ ਭਾਰਤ ਦੁਬਾਰਾ ਤੋਂ ਬਣਾਉਂਦੇ ਹਾਂ। ਲਓ ਜੀ, ਸਪੋਜ਼ ਆਪਾਂ ਇੱਥੇ ਇੱਕ ਕ੍ਰੀਏਟ ਕੀਤਾ ਭਾਰਤ ਦਾ ਮੈਪ ਡਰਾਅ ਕੀਤਾ। ਇਹ ਆ ਭਾਰਤ ਹੈ ਸਪੋਜ਼। ਠੀਕ ਹੈ, ਆਪਣੇ ਕੋਲ ਜਿਹੜਾ ਇੰਦਰਾ ਕਾਲ ਹੈ ਉਹ ਭਾਰਤ ਦਾ ਉੱਤਰੀ ਸਿਰਾ, ਲਾਸਟ ਸਿਰਾ ਇੱਥੇ, ਔਰ ਜਿਹੜਾ ਹੈ ਸਿਰਾ ਦੱਖਣੀ ਸਿਰਾ ਕੈਪ ਕੈਮੋਰਿਨ ਇਹ ਇੱਥੇ ਹੈ। ਬਟ ਬਿੰਦੂ ਦੀ ਗੱਲ ਕਰੀਏ ਤਾਂ ਦੱਖਣੀ ਬਿੰਦੂ ਇੰਦਰਾ ਪੁਆਇੰਟ ਇੱਥੇ ਆਪਣੇ ਕੋਲ ਅੰਡੇਮਾਨ ਨਿਕੋਬਾਰ ਹੈ। ਇੱਥੇ ਲਾਸਟ ਪੁਆਇੰਟ ਬਣਦਾ ਇੰਦਰਾ ਪੁਆਇੰਟ ਦੀ ਗੱਲ ਕਰੀਏ ਤਾਂ ਇੰਦਰਾ ਪੁਆਇੰਟ ਭਾਰਤ ਦੀ ਲਾਸਟ ਜ਼ਮੀਨ ਦਾ ਹਿੱਸਾ ਕਿਹੜਾ, ਇੰਦਰਾ ਪੁਆਇੰਟ ਕਿੱਥੇ ਆ, ਅੰਡੇਮਾਨ ਨਿਕੋਬਾਰ ਆਹ ਵਾਲਾ। ਇਹਨੂੰ ਫਿਰ ਮੈਂ ਹੋਰ ਰੰਗ ਨਾਲ ਮੈਂਸ਼ਨ ਕਰਦਾ, ਇਹ ਆਹ ਵਾਲਾ ਇੰਦਰਾ ਪੁਆਇੰਟ ਹੈ। ਠੀਕ ਹੈ ਜੀ, ਔਰ ਜੇ ਆਪਾਂ ਇਹਨੂੰ ਕਰੀਏ, ਆਪਾਂ ਗੱਲ ਕੀਤੀ ਹੈ ਦੱਖਣੀ ਸਿਰਾ, ਤਾਂ ਕੈਪ ਕੈਮੋਰਿਨ ਉਹ ਅੰਡੇਮਾਨ ਨਿਕੋਬਾਰ ਦੇ ਵਿੱਚ ਨਹੀਂ ਹੈ, ਉਹ ਇੱਥੇ ਹੈ ਕੰਨਿਆ ਕੁਮਾਰੀ 'ਚ, ਅਤੇ ਲਾਸਟ ਬਿੰਦੂ ਆ ਜੇ ਉਹ ਅੰਡੇਮਾਨ ਨਿਕੋਬਾਰ 'ਚ। ਚਲੋ ਜੀ, ਫਿਰ ਆਪਣੇ ਕੋਲ ਹੈਗੀ ਪੱਛਮੀ ਬਿੰਦੂ ਅਤੇ ਪੂਰਬੀ ਬਿੰਦੂ। ਪੂਰਬੀ ਬਿੰਦੂ ਦੇ ਵਿੱਚ ਕਿਉਂਕਿ ਪੂਰਬ ਵਿੱਚ ਤਾਂ ਅਰੁਣਾਚਲ ਪ੍ਰਦੇਸ਼ ਹੈ, ਚੜ੍ਹਦੇ ਸੂਰਜ ਦਾ ਰਾਜ, ਉਹ ਕਬੀਥੂ ਹੈ ਅਰੁਣਾਚਲ ਪ੍ਰਦੇਸ਼ 'ਚ, ਕਬੀਥੂ। ਠੀਕ ਹੈ, ਔਰ ਪੱਛਮੀ ਬਿੰਦੂ ਦਾ ਨਾਮ ਹੈ ਗੁਹਾਰ ਮੋਤੀ, ਉਹ ਇੱਥੇ ਗੁਜਰਾਤ 'ਚ ਹੈ। ਆਹ ਸਿਰਾ ਅਤੇ ਆਹ ਸਿਰਾ, ਉਹ ਸਿਰੇ ਦਾ ਨਾਮ ਹੈ ਉੱਤਰੀ ਸਿਰਾ ਹੈ ਇੰਦਰਾ ਕਾਲ, ਦੱਖਣੀ ਸਿਰਾ ਜਿਹੜਾ ਹੈ ਉਹ ਕੈਪ ਕੈਮੋਰਿਨ, ਔਰ ਪੁਆਇੰਟ ਦੱਖਣੀ ਦਾ ਨਾਮ ਹੈ ਉਹ ਹੈ ਇੰਦਰਾ ਪੁਆਇੰਟ, ਉਹ ਅੰਡੇਮਾਨ ਨਿਕੋਬਾਰ 'ਚ ਹੈ। ਔਰ ਪੂਰਬੀ ਸਿਰਾ ਜਿਹੜਾ ਹੈ ਉਹ ਆਪਣੇ ਕੋਲ ਹੈਗਾ ਕਬੀਥੂ, ਔਰ ਇੱਧਰ ਹੈ ਗੁਹਾਰ ਮੋਤੀ। ਲਓ ਜੀ, ਆਪਾਂ ਇਹਦੇ ਨੋਟਸ ਦੇ ਵਿੱਚ ਕਵਰ ਕਰਦੇ ਹਾਂ ਤਾਂ ਜੋ ਆਪਾਂ ਨੂੰ ਕਲੀਅਰ ਹੋ ਜਾਏ ਜੀ। ਭਾਰਤ ਦਾ ਉੱਤਰੀ ਸਿਰਾ ਇੰਦਰਾ ਕਾਲ, ਦੱਖਣੀ ਕੈਪ ਕਮੋਰਿਨ ਕੰਨਿਆ ਕੁਮਾਰੀ 'ਚ, ਦੱਖਣੀ ਬਿੰਦੂ ਇੰਦਰਾ ਪੁਆਇੰਟ ਅੰਡੇਮਾਨ ਨਿਕੋਬਾਰ 'ਚ, ਭਾਰਤ ਦਾ ਪੂਰਬੀ ਬਿੰਦੂ ਅਰੁਣਾਚਲ ਪ੍ਰਦੇਸ਼ ਦੇ ਵਿੱਚ ਕਬੀਥੂ, ਭਾਰਤ ਦਾ ਪੱਛਮੀ ਬਿੰਦੂ ਦਾ ਨਾਮ ਗੁਹਾਰ ਮੋਤੀ ਅਰੁਣਾਚਲ ਪ੍ਰਦੇਸ਼ 'ਚ। ਭਾਰਤ ਦਾ ਦਿਸ਼ਾਂਤਰ ਕਿੰਨਾ ਹੈ ਜੀ, 68.7 ਪੂਰਬ ਦੇ ਵਿੱਚ, 97.25 ਪੂਰਬ ਦਿਸ਼ਾਂਤਰ ਵਿੱਚ ਹੈ। ਭਾਰਤ ਦਾ ਅਕਸ਼ਾਂਸ਼ 8.4 ਉੱਤਰੀ ਅਕਸ਼ਾਂਸ਼ ਤੋਂ 37.6 ਤੱਕ ਹੈ। ਬਸ ਤੁਸੀਂ ਇਹਨੂੰ ਯਾਦ ਰੱਖਣਾ, ਰੱਟੇ ਲਗਾਉਣਾ, ਯਾਦ ਰੱਖਣ ਦੀ ਲੋੜ ਨਹੀਂ, ਰੱਟੇ ਲਗਾਉਣਾ ਪੇਪਰ ਤੋਂ ਪਹਿਲਾਂ ਤੁਸੀਂ ਪੜ੍ਹ ਕੇ ਚਲੇ ਜਾਣਾ। ਇਹ ਚੀਜ਼ਾਂ ਮਾਈਂਡ ਵਿੱਚ ਨਿਕਲ ਜਾਂਦੀਆਂ, ਪਰ ਵੇਖੀਆਂ ਹੋਣਗੀਆਂ ਤਾਂ ਯਾਦ ਆ ਜਾਣਗੀਆਂ। ਨੈਕਸਟ ਆਪਾਂ ਗੱਲ ਕਰ ਰਹੇ ਹਾਂ ਜੀ, ਭਾਰਤ ਦਾ ਅਕਸ਼ਾਂਸ਼ ਹੋ ਗਿਆ ਸੀ। ਭਾਰਤ ਸਭ ਤੋਂ ਉੱਚੀ ਚੋਟੀ K2, ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ K2 ਜਿਹੜੀ ਸਭ ਤੋਂ ਉੱਚੀ ਚੋਟੀ ਹੈ ਭਾਰਤ ਦੀ ਸਭ ਤੋਂ ਉੱਚੀ ਚੋਟੀ ਦਾ ਨਾਮ K2 ਹੈ। K2 ਠੀਕ ਹੈ, ਗੋਡਵਿਨਸਨ। K2 ਤੋਂ ਬਾਅਦ ਕਿਹੜੀ, ਕੰਚਨਜੰਗਾ ਜੋ ਸਿੱਕਮ 'ਚ ਹੈ। ਭਾਰਤ ਦੀ ਵੱਡੀ ਨਦੀ ਗੰਗਾ ਨੂੰ ਵੱਡੀ ਨਦੀ ਕਿਹਾ ਜਾਂਦਾ ਹੈ ਕਿਉਂਕਿ ਇਹਦੀ ਜਿਹੜੀ ਲੰਬਾਈ ਹੈ ਨਾ 2525 ਕਿਲੋਮੀਟਰ ਹੈ, ਤਾਂ 2525 ਕਿਲੋਮੀਟਰ ਹੈ, ਇੰਨੀ ਲੰਬਾਈ ਹੈ ਗੰਗਾ ਦੀ। ਠੀਕ ਹੈ, ਭਾਰਤ ਦੀ ਗੰਗਾ ਕਾਵੇਰੀ ਨੂੰ ਵੀ ਕਿਹਾ ਜਾਂਦਾ ਹੈ, ਬੁੱਢੀ ਗੰਗਾ ਗੋਦਾਵਰੀ ਨੂੰ ਕਿਹਾ ਜਾਂਦਾ, ਦੱਖਣੀ ਭਾਰਤ ਦੀ ਵੀ ਗੰਗਾ ਗੋਦਾਵਰੀ ਨੂੰ ਕਿਹਾ ਜਾਂਦਾ। ਭਾਰਤ ਦੀ ਅੰਤਰਰਾਸ਼ਟਰੀ ਨਦੀ ਬ੍ਰਹਮਪੁੱਤਰ ਹੈ ਕਿਉਂਕਿ ਇਹ ਚੀਨ 'ਚੋਂ ਸ਼ੁਰੂ ਹੋ ਕੇ ਭਾਰਤ ਦੇ ਵਿੱਚੋਂ ਆਉਂਦੀ ਹੈ, ਚੀਨ 'ਚੋਂ ਭਾਰਤ ਵਿੱਚ ਆ ਗਈ, ਭਾਰਤ ਤੋਂ ਬਾਅਦ ਫਿਰ ਇਹ ਪੱਛਮੀ ਬੰਗਾਲ 'ਚ ਚਲੀ ਜਾਂਦੀ, ਤਾਂ 3 ਦਿਸ਼ਾ ਵਿੱਚ ਚਲੀ ਜਾਂਦੀ, ਇਸ ਕਰਕੇ ਇਹਨੂੰ ਅੰਤਰਰਾਸ਼ਟਰੀ ਨਦੀ ਮੰਨਿਆ ਜਾਂਦਾ ਹੈ ਬ੍ਰਹਮਪੁੱਤਰ ਨੂੰ। ਠੀਕ ਹੈ ਜੀ, ਨੈਕਸਟ ਆਪਾਂ ਗੱਲ ਕਰਦੇ ਹਾਂ ਜੀ,
ਕਿ ਭਾਰਤ ਦਾ ਦੁਨੀਆ ਦਾ ਸਭ ਤੋਂ ਵੱਡਾ ਡੈਲਟਾ ਸੁੰਦਰਬਨ ਡੈਲਟਾ ਗੰਗਾ ਬ੍ਰਹਮਪੁੱਤਰ ਨਦੀ ਮਿਲ ਕੇ ਬਣਾਉਂਦੀ ਹੈ। ਕਿਹੜੀਆਂ ਨਦੀਆਂ ਡੈਲਟਾ ਨਹੀਂ ਬਣਾਉਂਦੀ? ਨਰਮਦਾ ਅਤੇ ਤਾਪਦੀ। ਨਰਮਦਾ ਵਿਚਾਰੀ ਨਰਮ ਜੀ ਹੈ, ਬਣਦਾ ਹੀ ਨਹੀਂ, ਠੀਕ ਹੈ। ਤਾਪਦੀ ਤਪਦੀ ਰਹਿੰਦੀ ਹੈ, ਯਾਦ ਰੱਖਣਾ। 98% ਨਦੀਆਂ ਬੰਗਾਲ ਦੀ ਖਾੜੀ ਵਿੱਚ ਡਿੱਗਦੀਆਂ ਜੀ। ਜਿੰਨੀਆਂ ਵੀ ਨਦੀਆਂ ਨਾ ਜ਼ਿਆਦਾਤਰ ਉਹ ਬੰਗਾਲ ਦੀ ਖਾੜੀ 'ਚ, ਇੱਧਰ ਅਰਬ ਸਾਗਰ 'ਚ ਤਾਂ ਨਰਮਦਾ ਅਤੇ ਤਾਪਦੀ ਆਹੀ ਡਿੱਗਦੀ ਹੈ, ਠੀਕ ਹੈ। ਇੱਕ ਲੂਣੀ ਨਦੀ ਹੈ, ਉਹ ਵੀ ਅਰਬ ਸਾਗਰ 'ਚ ਡਿੱਗਦੀ ਹੈ। ਅਰਬ ਸਾਗਰ 'ਚ ਬਹੁਤ ਘੱਟ ਨਦੀਆਂ ਡਿੱਗਦੀਆਂ ਜੀ। ਬੰਗਾਲ ਦਾ ਦੁੱਖ ਕਿਹਨੂੰ ਕਿਹਾ ਜਾਂਦਾ ਜੀ? ਉਹ ਕਿਹਾ ਜਾਂਦਾ ਜੀ ਦਮੋਦਰ ਨਦੀ ਨੂੰ। ਦਮੋਦਰ ਨਦੀ ਦੇ ਵਿੱਚ ਹੜ੍ਹ ਆ ਜਾਂਦੇ, ਜਿਸ ਕਰਕੇ ਬੰਗਾਲ ਦੇ ਲੋਕਾਂ ਨੂੰ ਬੜਾ ਪਰੇਸ਼ਾਨੀ ਹੁੰਦੀ ਹੈ, ਇਸ ਕਰਕੇ ਇਹਨੂੰ ਬੰਗਾਲ ਦਾ ਦੁੱਖ ਕਿਹਾ ਜਾਂਦਾ। ਬਿਹਾਰ ਦਾ ਦੁੱਖ ਕੋਸੀ ਨਦੀ ਨੂੰ। ਬਿਹਾਰ ਦੇ ਲੋਕ ਇਹਨੂੰ ਕੋਸਦੇ ਰਹਿੰਦੇ ਆ, ਕਿਉਂਕਿ ਇਹਦੇ ਨਾਲ ਹੜ੍ਹ ਆ ਜਾਂਦੇ। ਬ੍ਰਾਜ਼ੀਲ ਅਜਿਹਾ ਦੇਸ਼ ਹੈ ਜਿਸ ਵਿੱਚੋਂ ਭੂਮਧ ਰੇਖਾ ਅਤੇ ਮਕਰ ਰੇਖਾ ਦਾ, ਹਾਂ ਕਿਹੜਾ ਦੇਸ਼ ਹੈ ਜਿਹਦੇ ਵਿੱਚ ਦੋ ਰੇਖਾਵਾਂ ਭੂਮਧ ਰੇਖਾ ਅਤੇ ਮਕਰ ਰੇਖਾ ਗੁਜਰਦੀ ਹੈ? ਤਾਂ ਬ੍ਰਾਜ਼ੀਲ ਹੈ। ਸਭ ਖੇਤਰਫਲ ਪੱਖੋਂ ਵੱਡਾ ਦੀਪ ਨਾ ਇਹਨੂੰ ਮੰਨੋ, ਇਹਨੂੰ ਤੁਸੀਂ ਯੂਟੀ ਮੰਨੋ, ਦੀਪ ਨਾ ਕਹਿਣਾ ਇਹਨੂੰ। ਖੇਤਰਫਲ ਪੱਖੋਂ ਸਭ ਤੋਂ ਵੱਡਾ ਦੀਪ ਪਹਿਲਾਂ ਅੰਡੇਮਾਨ ਨਿਕੋਬਾਰ ਹੀ ਹੋਇਆ ਕਰਦਾ ਸੀ, ਹੁਣ ਤੁਸੀਂ ਜੰਮੂ ਕਸ਼ਮੀਰ ਨੂੰ ਕਹੋਗੇ, ਕਿਉਂਕਿ ਉਹ ਵੀ ਜਿਹੜਾ ਹੈ ਯੂਟੀ ਬਣ ਗਿਆ। ਛੋਟਾ ਜਿਹੜਾ ਲਕਸ਼ਦੀਪ ਹੈ ਜੀ, ਔਰ ਜਨਸੰਖਿਆ ਵੱਡਾ ਉਹ ਅੱਜ ਵੀ ਦਿੱਲੀ ਹੈ। ਸਭ ਤੋਂ ਵੱਧ ਜਨਸੰਖਿਆ ਦਿੱਲੀ 'ਚ ਹੈ ਔਰ ਸਭ ਤੋਂ ਘੱਟ ਲਕਸ਼ਦੀਪ। ਵੈਸੇ ਵੀ ਛੋਟਾ ਲਕਸ਼ਦੀਪ ਅਤੇ ਜਨਸੰਖਿਆ ਵੀ ਘੱਟ ਹੈ। ਇਹ ਦੀਪ ਨਹੀਂ ਹੈ ਜੀ, ਇਹਨੂੰ ਤੁਸੀਂ ਮੰਨਣਾ ਯੂਟੀ, ਠੀਕ ਹੈ। ਅਤੇ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਚੈਨਲ ਦੀ ਗੱਲ ਕਰਦੇ ਹਾਂ ਤਾਂ ਥੋੜ੍ਹਾ ਧਿਆਨ ਨਾਲ ਤੁਸੀਂ ਇਹਨੂੰ ਚੱਕ ਲੈਣਾ। ਚੈਨਲ ਬਾਰੇ ਬੜਾ ਕੁਐਸਚਨ ਆ ਜਾਂਦਾ ਹੈ, ਵੈਰੀ ਇੰਪੋਰਟੈਂਟ। 10 ਨੰਬਰ ਚੈਨਲ ਹੈ ਵੈਸੇ ਤਾਂ, ਪਰ ਤੁਸੀਂ ਸਾਰੇ ਚੈਨਲ ਦਾ ਮਤਲਬ ਹੁੰਦਾ ਜਿਵੇਂ ਇੰਗਲਿਸ਼ ਚੈਨਲ ਦਰਿਆ ਦੇ ਵਿੱਚ ਨਾ, ਉਵੇਂ ਚੈਨਲ ਹੁੰਦੇ ਆ ਪਾਣੀ ਨੂੰ ਦੋ ਧਰਤੀਆਂ ਦੇ ਵਿਚਕਾਰ ਦੇ ਪਾਣੀ ਹੁੰਦਾ ਹੈ ਜਿਹੜਾ ਰਸਤਾ, ਉਹਨੂੰ ਚੈਨਲ ਬੋਲਿਆ ਜਾਂਦਾ। ਪਹਿਲੀ ਗੱਲ ਇਹ ਸਮਝਣਾ, ਮੰਨ ਲਓ ਆਹ ਵੀ ਧਰਤੀ ਹੈ ਅਤੇ ਆਹ ਵੀ ਧਰਤੀ ਹੈ, ਆਹ ਜਿਹੜਾ ਸਮੁੰਦਰ ਦਾ ਪਾਣੀ ਹੈ, ਆਹ ਰਸਤਾ ਹੈ ਨਾ, ਆਹੀ ਚੈਨਲ ਕਹਿਲਾਊਗਾ, ਠੀਕ ਹੈ। ਤਾਂ ਚੈਨਲ ਮਾਲਦੀਵ ਅਤੇ 8 ਨੰਬਰ ਚੈਨਲ ਮਾਲਦੀਵ ਅਤੇ ਮਿਨੀਕਾਏ ਦੇ ਵਿਚਕਾਰ ਹੈ ਜੀ। 9 ਨੰਬਰ ਚੈਨਲ ਲਕਸ਼ਦੀਪ ਅਤੇ ਮਿਨੀਕਾਏ ਦੇ ਵਿਚਕਾਰ ਹੈ। 10 ਨੰਬਰ ਚੈਨਲ ਵੈਰੀ ਇੰਪੋਰਟੈਂਟ ਐਗਜ਼ਾਮ ਦੇ ਵਿੱਚ ਆਉਣ ਵਾਲਾ ਹੈ, ਅੰਡੇਮਾਨ ਅਤੇ ਨਿਕੋਬਾਰ। ਕਿਹੜਾ ਚੈਨਲ ਅੰਡੇਮਾਨ ਅਤੇ ਨਿਕੋਬਾਰ ਨੂੰ ਮਿਲਾਉਂਦਾ? ਤਾਂ 10 ਨੰਬਰ ਚੈਨਲ, ਠੀਕ ਹੈ। ਤਾਂ ਗ੍ਰੇਟ ਚੈਨਲ ਇਹ ਇੰਡੋਨੇਸ਼ੀਆ ਅਤੇ ਨਿਕੋਬਾਰ ਦੇ ਵਿੱਚ ਹੈ, ਕਿਉਂਕਿ ਇੰਡੋਨੇਸ਼ੀਆ ਭਾਰਤ ਦੇ ਨਾਲ ਹੀ ਲੱਗਦਾ, ਭਾਰਤ ਦੇ ਨਿਕੋਬਾਰ ਦੇ ਨਾਲ ਲੱਗਦਾ। ਮਨਾਰ ਦੀ ਖਾੜੀ ਕਿੱਥੇ ਜੀ? ਦੱਖਣੀ ਪੂਰਬੀ ਤਾਮਿਲਨਾਡੂ ਅਤੇ ਸ਼੍ਰੀਲੰਕਾ ਵਿਚਕਾਰ ਹੈ। ਪਾਕ ਸਟੇਟ ਬੋਲਿਆ ਜਾਂਦਾ ਜਿਹੜੀ ਆ ਭਾਰਤ ਹੈ, ਆਹ ਸ਼੍ਰੀਲੰਕਾ ਹੈ ਨਾ, ਇੱਥੇ ਮਨਾਰ ਦੀ ਖਾੜੀ ਹੈ, ਠੀਕ ਹੈ ਜੀ। ਯਾਦ ਰੱਖਣਾ, ਮਨਾਰ ਦੀ ਖਾੜੀ ਕਿਹਦੇ ਵਿੱਚ ਆਇਆ? ਭਾਰਤ ਅਤੇ ਸ਼੍ਰੀਲੰਕਾ ਵਿਚਕਾਰ, ਇੱਥੇ ਆਹ ਵਾਲਾ। ਕੋਕੋ ਸਟੇਟ ਮਿਆਂਮਾਰ ਅਤੇ ਉੱਤਰੀ ਅੰਡੇਮਾਨ ਵਿੱਚ ਹੈ। ਭਾਰਤ ਉਤਪਾਦਨ ਵਿੱਚ ਦੁੱਧ ਸਭ ਤੋਂ ਵੱਧ ਪੈਦਾ ਕਰਦਾ ਹੈ। ਅਦਰਕ ਵੀ ਸਭ ਤੋਂ ਜ਼ਿਆਦਾ ਪੈਦਾ ਕਰਦਾ। ਚਾਹ, ਮਸਾਲੇ, ਕਾਜੂ, ਅੰਬ, ਇਹ ਸਭ ਤੋਂ ਜ਼ਿਆਦਾ ਭਾਰਤ ਹੀ ਪੈਦਾ ਕਰਦਾ ਜੀ, ਠੀਕ ਹੈ। ਚਲੋ ਜੀ, ਥੈਂਕ ਯੂ। ਅੱਜ ਆਪਾਂ ਇਹੀ ਕਰਨਾ ਸੀ। ਅੱਗੇ ਆਪਾਂ ਜਿਹੜਾ ਹੈ ਆਹ ਤੁਹਾਡੇ ਸਾਹਮਣੇ ਜਿਹੜੇ ਓਬਜੈਕਟਿਵ ਟਾਈਪ ਕੁਐਸਚਨ ਲੈ ਕੇ ਆਵਾਂਗੇ, ਵਨ ਲਾਈਨ ਕੁਐਸਚਨ ਲੈ ਕੇ ਆਵਾਂਗੇ, ਉਹਨੂੰ ਆਪਾਂ ਕਰਾਂਗੇ। ਅੱਜ ਦੇ ਲਈ ਆਪਾਂ ਇਹੀ ਕਰਨਾ ਸੀ ਡਿਸਕਸ਼ਨ। ਥੈਂਕ ਯੂ ਸੋ ਮਚ।